सुपने सारे हक बंदे दा देवे उसनू नाले सुपने सारे होवे कोई ना कुल्ली वाला होवे कोई ना कुल्ली वाला सब दे होण चुबारे चलो भई अमेरिका चलिए चलिए कनेडा सारे चलो भई अमेरिका चलिए कनेडा सारे चलिए कनेडा होवे ऐसा मुल्क में लोका मरन न जिथे आसा धन जो बनते दरिया वगन मिट मिट जान प्यासा सारे पासे मंगल होवे गूंजन खूंटा चारे चलो भई अमेरिका चलिए चलिए कनेडा सारे चलो भई अमेरिका चलिए कनेडा सारे चलो भई अमेरिका चलिए कनेडा छड़ के अपनी मां ते मिट्टी लोपर देसी जावो दुख सुख हुंदे नाल करा दे दुख सुख तुसी हटावो घर दी रोटी थोड़ी चंगी नाल सबर दे खावो सबर सबूरी दाल खवड्डा की छावे सो जावो चलो भई अमेरिका चलिए कनेडा सारे चलो भई अमेरिका चलिए कनेडा सारे चलो भई अमेरिका चलिए बैंक बाणीए इकट्ठे होके सानू लुटते जावन इस लुट तो कदे ना बचिए हाड़ होए जा सावन लड़ लड़ थके मापियो साडे गीत कदे ना गावन कलर दे विच कलर होए कदे ना खान हंडावन चलो भई अमेरिका चलिए कनेडा सारे चलो भई अमेरिका चलिए कनेडा सारे चलो भई अमेरिका स्वर्गे जे परदेसी सारे हो जावेगा नेरा इत्थे मुंडियो कोई ना घाटा इत्थे रिजक बथेरा ये मिट्टी भी सब कुछ देवे जे रखे बंदा जेरा दसो क्यों परदेसी जावो क्यों लावो उत्थे डेरा मैं हां धरत पंजाब दी लोगो की होवेगा मेरा चलो भई अमेरिका चलिए कनेडा सारे चलो भई अमेरिका चलिए कनेडा सारे चलो भई अमेरिका मैं इथों रोमानिया गया ते फिर ग्रीस फिर पैसे मुके एजेंटा ते दलाला दे हाथ चढ़ गए कदी किसी फार्म ते काम ते कदी किसी कारखाने ते सब कुछ इलीगल उतो भी डर कि किते कोई शिकायत ना कर दे फिर साडे ते कुछ मुंडे इटली चले गए साडी सलाह भी जर्मनी जांदी सी पर उत्थे जान दी गल ना बनी फिर इटली जाने वास्ते ਅਸੀਂ ਇੱਕ ਸਟੀਮਰ ਤੇ ਬਹਿ ਗਏ ਸਟੀਮਰ ਮਤਲਬ ਇੱਕ ਨਿੱਕਾ ਜਿਹਾ ਸਮੁੰਦਰੀ ਜਹਾਜ਼ ਤੇ ਵਿੱਚ ਅਸੀਂ 32 ਜਾਣੇ ਹਿੰਦੁਸਤਾਨੀ ਪਾਕਿਸਤਾਨੀ ਤੇ ਬੰਗਲਾਦੇਸ਼ੀ ਨਾ ਸਾਹ ਆਵੇ ਨਾ ਬਹਿਣ ਨੂੰ ਥਾਂ ਉੱਤੋਂ ਹਨੇਰਾ ਘੁੱਪ ਫਿਰ ਇੱਕਦਮ ਦਰਵਾਜ਼ਾ ਖੁੱਲਿਆ ਤੇ ਗ੍ਰੀਕੀ ਏਜੰਟ ਆ ਕੇ ਕਹਿੰਦਾ ਓਏ ਪੁਲਿਸ ਦੀ ਮੋਟਰ ਪਿੱਛੇ ਆਉਂਦੀ ਆ ਮਾਰੋ ਪਾਣੀ ਛਾਲ ਅਸੀਂ ਸਾਰੇ ਡਰ ਪੜੇ ਹੋ ਕੇ ਇੱਕ ਦੂਜੇ ਦੇ ਮੂੰਹ ਵੱਲ ਵੇਖਣ ਲੱਗ ਪਏ ਫਿਰ ਉਹਨੇ ਪਿਸਤੌਲ ਕੱਢ ਲਈ ਤੇ ਅਸੀਂ ਪਾਣੀ ਛਾਲ ਮਾਰੀਆਂ ਕੋਈ ਇੱਧਰ ਗਿਆ ਤੇ ਕੋਈ ਉੱਧਰ ਕਈਆਂ ਨੂੰ ਤੈਰਨਾ ਔਖਾ ਨਹੀਂ ਸੀ ਆਉਂਦਾ ਉਹ ਤਾਂ ਲੱਗੇ ਕੋਤੇ ਖਾਣ ਪਰ ਬਚਾਵੇ ਕਿਹੜਾ ਮੈਨੂੰ ਵੀ ਤੈਰਨਾ ਨਹੀਂ ਸੀ ਆਉਂਦਾ ਮੇਰਾ ਵੀ ਸਾਹ ਟੁੱਟਣ ਲੱਗਾ ਮੇਰੇ ਨਾਲ ਇੱਕ ਬੰਗਲਾਦੇਸ਼ੀ ਸੀ ਉਹ ਪਾਣੀ ਚੈਨ ਕਰਦਾ ਸੀ ਜਿਵੇਂ ਮੱਛੀ ਉਹਨੇ ਮੈਨੂੰ ਸਹਾਰਾ ਦਿੱਤਾ ਕਿਸੇ ਤਰ੍ਹਾਂ ਕੰਢੇ ਲੱਗੇ ਜਦੋਂ ਹੋਸ਼ ਆਈ ਤਾਂ ਸਿਰ ਤੇ ਪੁਲਿਸ ਖੜੀ ਸੀ 7 ਦਿਨ ਉਹਨਾਂ ਨੇ ਸਾਨੂੰ ਜੇਲ੍ਹ 'ਚ ਰੱਖਿਆ ਤੇ 8ਵੇਂ ਦਿਨ ਰਿਪੋਰਟ ਕਰਤਾ ਨਾਲੇ ਪਾਸਪੋਰਟ ਤੇ ਮੋਹਰ ਲਾਤੀ ਕਿ ਇੱਥੇ ਇਲੀਗਲ ਤਰੀਕੇ ਦੇ ਨਾਲ ਦਾਖਲ ਹੋਇਆ ਅਸੀਂ ਕਿਹਨੂੰ ਆਪਣਾ ਦੁੱਖੜਾ ਦਸੀਏ ਸਾਡੇ ਅੰਦਰ ਦੀ ਅੱਗ ਨੂੰ ਸਮੁੰਦਰਾਂ ਨੇ ਖਾ ਲਿਆ ਸਾਡੇ ਅੰਦਰ ਦੀ ਅੱਗ ਨੂੰ ਸਮੁੰਦਰਾਂ ਨੇ ਖਾ ਲਿਆ ਸਾਡੇ ਅੰਦਰ ਦੀ ਅੱਗ ਨੂੰ ਸਮੁੰਦਰਾਂ ਨੇ ਪੁੱਤਰੋ
ਅੱਗ ਨੂੰ ਅੰਜਾਈ ਨਾ ਜਾਣ ਦੇਣਾ। ਮੈਂ ਸੁਣਾਉਣੀ ਆ ਤੁਹਾਨੂੰ ਕਾਮਾ ਗਾਟਾ ਮਾਰੂ ਜਹਾਜ਼ ਦੇ ਉਹਨਾਂ 376 ਸੂਰਬੀਰ ਮੁਸਾਫਰਾਂ ਦੀ ਗਾਥਾ, ਜਿਨ੍ਹਾਂ ਦੇ ਸੀਨਿਆਂ ਦੇ ਸੇਕ ਨੇ ਆਜ਼ਾਦੀ ਦਾ ਭਾਂਬੜ ਬਣ ਕੇ ਬਗਾਨੇ ਮੁਲਕਾਂ ਦੇ ਸਮੁੰਦਰਾਂ ਨਾਲ ਟੱਕਰ ਲਈ, ਪਰ ਉਹਨਾਂ ਦੇ ਸੀਨਿਆਂ ਦੀ ਅੱਗ ਨੂੰ ਕੋਈ ਵੀ ਸਮੁੰਦਰ ਨਹੀਂ ਸੀ ਖਾ ਸਕਿਆ, ਬਲਕਿ ਉਹਨਾਂ ਦੇ ਸੀਨਿਆਂ ਦੀ ਅੱਗ ਸਮੁੰਦਰਾਂ 'ਚ ਤਾਰੀਆਂ ਲਾਉਂਦੀ ਰਹੀ, ਅੱਗ ਲਾਉਂਦੀ ਰਹੀ ਸਮੁੰਦਰਾਂ 'ਚ ਤਾਰੀਆਂ, ਅੱਗ ਲਾਉਂਦੀ ਰਹੀ ਸਮੁੰਦਰਾਂ 'ਚ ਤਾਰੀਆਂ। ਜਾਗ ਮੇਰਾ ਪੁੱਤ, ਵੇਖ ਵੀ ਆਪਾਂ ਕਿੱਥੇ ਆ ਗਏ। ਵੇਖ ਚਾਨਣ ਹੋ ਗਿਆ, ਆਪਾਂ ਕਿੰਨੇ ਸੋਹਣੇ ਸ਼ਹਿਰ ਆ ਗਏ ਆ। ਇਹ ਜਿੱਥੋਂ ਦੀਆਂ ਤਸਵੀਰਾਂ ਆਪਾਂ ਨੂੰ ਚਿੱਠੀਆਂ ਚਾਉਂਦੀਆਂ ਹੁੰਦੀਆਂ ਸੀ। ਬਾਹਰ ਜਾ ਕੇ ਵੇਖ ਵੀ ਇੱਥੇ ਭਾਗੀ ਨੇ ਤੇ ਹਰੇ ਹਰੇ ਦਰਖਤ ਵੀ ਆਪਣੇ ਖੇਤਾਂ ਵਰਗੇ। ਆ ਫੁੱਲਾਂ ਚਿੜੀਆਂ ਕਾਂ ਤੇ ਕੋਤੇ। ਆ ਪੁੱਤ, ਇੱਥੇ ਫੁੱਲ ਵੀ ਹੋਣਗੇ ਤੇ ਹਰੇ ਹਰੇ ਤੋਤੇ ਵੀ ਹੋਣਗੇ। ਉੱਤਰ ਕੇ ਵੇਖੀ, ਤੈਨੂੰ ਆਪਣਾ ਗੁਰੂ ਭੁੱਲ ਜਾਊਗਾ। ਹਾਂ, ਇੱਥੋਂ ਦੇ ਲੋਕ ਤੇ ਆਪਣੇ ਵਰਗੇ ਹੀ ਹੁੰਦੇ ਆ। ਉਹ ਸਾਰੇ ਥਾਈ ਲੋਕ ਇੱਕੋ ਜਿਹੇ ਹੁੰਦੇ ਆ। ਉੱਥੇ ਆਪਣੇ ਵੱਡੇ ਸ਼ਹਿਰ ਆਪਾਂ ਗਏ ਸੀ ਨਾ, ਆਪਣੇ ਦੇਸ਼, ਉੱਥੇ ਅੰਗਰੇਜ਼ ਵੇਖੇ ਸੀ ਨਾ ਗੋਰੇ ਗੋਰੇ, ਉਹ ਜਿਹੇ ਅੰਗਰੇਜ਼ ਇੱਥੇ ਵੀ ਰਹਿੰਦੇ ਆ, ਆਪਣੇ ਲੋਕ ਵੀ ਰਹਿੰਦੇ ਆ। ਤੂੰ ਨਾ ਜਦੋਂ ਤੇਰੇ ਮਾਮੇ ਆਪਾਂ ਨੂੰ ਲੈਣ ਆਉਣਗੇ ਨਾ, ਆਪਾਂ ਜਹਾਜ਼ ਤੋਂ ਉਤਰਾਂਗੇ, ਉਹਨਾਂ ਨੂੰ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਬੁਲਾਈ। ਹਾਂ, ਗੋਰੇ ਲੋਕ ਵੀ ਚੰਗੇ ਹੁੰਦੇ ਆ। ਉਹ ਤਾਂ ਸਾਰੇ ਲੋਕ ਹੀ ਬੜੇ ਚੰਗੇ ਹੁੰਦੇ ਆ। ਉਹ ਉੱਥੇ ਆਪਣੇ ਦੇਸ਼ ਅੰਗਰੇਜ਼ ਰਾਜ ਕਰਦੇ ਆ ਨਾ, ਉਹ ਸਾਰਿਆਂ ਨੂੰ ਇੱਕੋ ਜਿਹਾ ਸਮਝਦੇ ਆ। ਤੂੰ ਨਾ ਛੇਤੀ ਛੇਤੀ ਇੱਥੇ ਅੰਗਰੇਜ਼ੀ ਸਿੱਖ ਲਈ, ਫਿਰ ਉਹਨਾਂ 'ਚ ਰਲ ਜਾਏਗਾ। ਇੱਥੇ ਵੀ ਲੋਕ ਬੜੇ ਹੀ ਚੰਗੇ ਆ। ਹੁਣ ਚੱਲ ਅੰਦਰ ਕੈਬਿਨ 'ਚ, ਮੈਂ ਤੇਰੇ ਕੱਪੜੇ ਬਦਲਾਂ। ਇਹ ਗਿਆਨੀ ਗੁਰਦੇਵ ਸਿੰਘ ਜੀ, ਮੈਨੂੰ ਤਾਂ ਹਾਲਾਤ ਪਰ ਠੀਕ ਨਹੀਂ ਦਿਸਦੇ। ਕਿਉਂ, ਕੀ ਗੱਲ ਹੋਈ ਹੈ ਦਲਜੀਤ ਸਿੰਘ ਜੀ? ਤੁਸੀਂ ਇੱਧਰ ਆ ਕੇ ਚਾਰੇ ਪਾਸੇ ਨਜ਼ਰ ਤਾਂ ਮਾਰੋ। ਜਹਾਜ਼ ਨੂੰ ਤਾਂ ਅਗਨ ਵੋਟਾਂ ਨੇ ਘੇਰਿਆ ਹੋਇਆ ਹੈ। ਇਹਦੇ ਵਿੱਚ ਹੈਰਾਨੀ ਵਾਲੀ ਕਿਹੜੀ ਗੱਲ ਹੈ? ਇਹ ਤਾਂ ਜਦੋਂ ਘਰੋਂ ਤੁਰੇ ਸਾਂ ਤਾਂ ਉਦੋਂ ਪਤਾ ਹੀ ਸੀ ਕਿ ਰਾਹ ਵਿੱਚ ਮੁਸ਼ਕਲਾਂ ਤੇ ਆਉਣਗੀਆਂ। ਆਪਣੇ ਨਾਲ ਪੂਰੇ 376 ਮੁਸਾਫਰ ਨੇ।
ਅੱਜ 23 ਮਈ 1914 ਨੂੰ ਅਸੀਂ ਵੈਨਕੂਵਰ ਸ਼ਹਿਰ ਦੇ ਨੇੜੇ ਤਾਂ ਪਹੁੰਚ ਗਏ ਹਾਂ, ਪਰ ਆਪਣਾ ਜਹਾਜ਼ ਕੱਢਣੇ ਤੋਂ ਪੂਰਾ ਕਿਉਂ ਰੋਕ ਲਿਆ ਗਿਆ? ਇਹੋ ਲੱਗ ਰਿਹਾ ਜਿਵੇਂ ਆਪਾਂ ਕੋਈ ਦੋਸ਼ੀ ਹੋਈਏ। ਅਸਲ ਵਿੱਚ ਜੀ ਕੈਨੇਡਾ ਦੀ ਸਰਕਾਰ ਨਹੀਂ ਚਾਹੁੰਦੀ ਕਿ ਅਸੀਂ ਇੱਥੇ ਰਹੀਏ। ਹੋ ਸਕਦਾ ਕਿ ਬਹੁਤੇ ਲੋਕਾਂ ਦੀ ਰਾਏ ਵੀ ਸਾਡੇ ਵਿਰੁੱਧ ਬਣ ਚੁੱਕੀ ਹੋਵੇ, ਪਰ ਫਿਰ ਵੀ ਅਸੀਂ ਇੱਥੇ ਜ਼ਰੂਰ ਉਤਰਾਂਗੇ। ਪਰ ਇੱਥੋਂ ਦੀ ਸਰਕਾਰ ਨਾਲ ਟੱਕਰ ਲੈ ਕੇ। ਹਾਂ, ਜੇ ਟੱਕਰ ਲੈਣੀ ਪਈ ਤਾਂ ਵੀ ਲੈਣਾਂਗੇ। ਪਰ ਕਿਸ ਤਰ੍ਹਾਂ ਦੀ ਟੱਕਰ? ਕਾਨੂੰਨ ਦੀ ਟੱਕਰ। ਜੇ ਕੈਨੇਡਾ ਦੀ ਸਰਕਾਰ ਨੇ ਸਾਨੂੰ ਇੱਥੇ ਉਤਰਨ ਦੀ ਇਜਾਜ਼ਤ ਨਾ ਦਿੱਤੀ ਤਾਂ ਮੈਂ ਕੇਸ ਸੁਪਰੀਮ ਕੋਰਟ ਵਿੱਚ ਲੜਾਂਗਾ ਤੇ ਉੱਥੇ ਹਰ ਹਾਲਤ ਵਿੱਚ ਸਰਕਾਰ ਦੀ ਹਾਰ ਅਵਸ਼ ਪਰ ਹੋਏਗੀ। ਗਿਆਨੀ ਜੀ, ਇਹ ਹਿੰਦੁਸਤਾਨ ਨਹੀਂ, ਪਰਾਇਆ ਮੁਲਕ ਹੈ, ਪਰਾਇਆ। ਮੁਲਕ ਕੋਈ ਵੀ ਹੋਵੇ ਦਲਜੀਤ ਸਿੰਘ ਜੀ, ਅੰਗਰੇਜ਼ੀ ਅਦਾਲਤਾਂ ਦਾ ਸਿਸਟਮ ਸਭ ਥਾਂ ਇੱਕੋ ਜਿਹਾ ਹੁੰਦਾ ਹੈ। ਹੁਣ ਕੈਨੇਡਾ ਵੀ ਅੰਗਰੇਜ਼ੀ ਰਾਜ ਦੀ ਇੱਕ ਬਸਤੀ ਹੈ, ਇੱਥੋਂ ਦੀਆਂ ਅਦਾਲਤਾਂ 'ਚ ਵੀ ਉਹੀ ਸਿਸਟਮ ਹੋਏਗਾ। ਪਰ ਇਹ ਵੀ ਤਾਂ ਹੋ ਸਕਦਾ ਹੈ ਨਾ, ਹੁਣ ਹਾਲਾਤ ਬਦਲ ਗਏ ਹੋਣ। ਇਹ ਵੀ ਹੋ ਸਕਦਾ ਹੈ ਅਸੀਂ ਕਿਸੇ ਹੋਰ ਕਾਨੂੰਨ ਦੀ ਜਕੜ ਵਿੱਚ ਫਸ ਜਾਈਏ। ਵੀ ਬੇਗਾਨੇ ਮੁਲਕ ਵਿੱਚ ਆ ਕੇ ਇੱਥੋਂ ਦੀ ਸਰਕਾਰ ਨਾਲ ਟੱਕਰ ਲੈਣਾ ਮੈਨੂੰ ਤਾਂ ਬੜਾ ਔਖਾ ਜਾਂਦਾ ਹੈ। ਉਹ ਨਹੀਂ ਬਈ, ਚਿੰਤਾ ਵਾਲੀ ਕੋਈ ਗੱਲ ਨਹੀਂ ਹੈ। ਮੈਂ ਤੁਰੰਤ ਤੋਂ ਪਹਿਲਾਂ ਹਿੰਦੁਸਤਾਨ ਸਰਕਾਰ ਨਾਲ ਗੱਲ ਕੀਤੀ ਹੈ, ਹਾਂਗਕਾਂਗ ਦੇ ਗਵਰਨਰ ਨਾਲ ਜ਼ਿਕਰ ਕੀਤਾ ਹੈ, ਇੱਥੋਂ ਤੱਕ ਕਿ ਹਾਂਗਕਾਂਗ ਦੇ ਕਾਨੂੰਨੀ ਮਾਹਿਰਾਂ ਨਾਲ ਵੀ ਸਾਰੇ ਕੇਸ ਬਾਰੇ ਵਿੱਚ ਜਾਣਬੀਨ ਕੀਤੀ ਹੈ। ਕਿਸੇ ਕਿਸਮ ਦੀ ਕੋਈ ਕਾਨੂੰਨੀ ਉਮਤਾਈ ਨਹੀਂ ਹੈ। ਪਰ ਇਹ ਵੀ ਤਾਂ ਹੋ ਸਕਦਾ ਹੈ ਨਾ, ਹੁਣ ਹਿੰਦੁਸਤਾਨੀਆਂ ਨੂੰ ਇੱਥੇ ਉਤਰਨ ਦੀ ਮਨਾਹੀ ਕਰ ਦਿੱਤੀ ਗਈ ਹੋਵੇ। ਮੈਂ ਹਾਂਗਕਾਂਗ ਵਿੱਚ ਰੁਲਦੇ ਆਪਣੇ ਭੈਣ ਭਰਾਵਾਂ ਨੂੰ ਵੇਖ ਨਾ ਸਕਿਆ। ਉਹ ਬਿਹਤਰ ਕਮਾਈ ਲਈ ਕੈਨੇਡਾ ਆਉਣਾ ਚਾਹੁੰਦੇ ਨੇ, ਪਰ ਪਤਾ ਨਹੀਂ ਕਿਉਂ ਇੱਥੋਂ ਦੀ ਸਰਕਾਰ ਉਹਨਾਂ ਦੇ ਰਾਹ ਵਿੱਚ ਅੜਿੱਕੇ ਡਾਈ ਜਾ ਰਹੀ। ਪਰ ਕੀ ਤੁਹਾਡੇ ਖਿਆਲ ਨਾਲ ਸਾਨੂੰ ਇੱਥੇ ਉਤਰਨ ਦਾ ਹੱਕ ਹੈ? ਹਾਂ ਹੈ, ਬਿਲਕੁਲ ਹੱਕ ਹੈ। ਅਸੀਂ ਵੀ ਇੱਕ ਬ੍ਰਿਟਿਸ਼ ਨਾਗਰਿਕ ਹਾਂ, ਜਿਸ ਤਰ੍ਹਾਂ ਕਿ ਕੈਨੇਡਾ ਅੰਗਰੇਜ਼ੀ ਰਾਜ ਦੀ ਬਸਤੀ ਹੈ। ਜਿਵੇਂ ਕਿ ਆਸਟ੍ਰੇਲੀਅਨ ਤੇ ਕੈਨੇਡੀਅਨ ਲੋਕਾਂ ਨੂੰ ਹਿੰਦੁਸਤਾਨ ਵਿੱਚ ਬੇਰੋਕ ਟੋਕ ਆਉਣ ਜਾਣ ਦੀ ਖੁੱਲ੍ਹ ਹੈ, ਉਸੇ ਤਰ੍ਹਾਂ ਦੀ ਖੁੱਲ੍ਹ ਸਾਨੂੰ ਵੀ ਹੋਣੀ ਚਾਹੀਦੀ ਹੈ। ਹਾਂ, ਤੁਹਾਡੀ ਇਸ ਗੱਲ ਨਾਲ ਤੇ ਮੈਂ ਪੂਰੀ ਤਰ੍ਹਾਂ ਸਹਿਮਤ ਹਾਂ। ਇਹ ਵੀ ਜਾਪਦਾ ਹੈ ਕਿ ਜਿੱਤ ਆਪਣੀ ਹੋਵੇਗੀ। ਤੁਹਾਡੀ ਅਗਵਾਈ ਵਿੱਚ ਵੀ ਸਾਨੂੰ ਸਾਰਿਆਂ ਨੂੰ ਪੂਰਾ ਭਰੋਸਾ ਹੈ। ਚਲੋ ਬਾਕੀ ਤੁਸੀਂ ਮੁਸਾਫਰਾਂ ਨੂੰ ਸ਼ਾਂਤ ਰੱਖਣ ਦੀ ਕੋਸ਼ਿਸ਼ ਕਰੋ, ਨਾ ਕਹੋ ਕਿ ਅਨੁਪ ਕੋਟਾ ਵੇਖ ਕੇ ਘਬਰਾਉਣ ਨਾ, ਠੀਕ ਹੈ? ਠੀਕ ਹੈ ਜੀ, ਬਹੁਤ ਅੱਛਾ था। ਕਾਮਾਗਾਟਾ ਮਾਰੂ, ਕਾਮਾਗਾਟਾ ਮਾਰੂ, ਕਾਮਾਗਾਟਾ ਮਾਰੂ, ਕਾਮਾਗਾਟਾ ਮਾਰੂ। ਕੀ ਗੱਲ ਹੈ ਮਿਸਟਰ ਹੌਕਿੰਸਨ, ਬੜੇ ਘਬਰਾਏ ਜਾਪਦੇ। ਮੈਂ ਕਾਮਾਗਾਟਾ ਮਾਰੂ ਤੋਂ ਹੋ ਕੇ ਆਇਆ। ਅੱਛਾ, ਫੇਰ? ਉੱਥੇ ਬਹੁਤ ਸਾਰੇ ਹਿੰਦੁਸਤਾਨੀ ਇਕੱਠੇ ਹੋ ਗਏ ਨੇ। ਤੇ ਜਨਾਬ ਇਹਦੇ 'ਚ ਘਬਰਾਉਣ ਵਾਲੀ ਕਿਹੜੀ ਗੱਲ ਹੈ? ਕਾਮਾਗਾਟਾ ਮਾਰੂ ਬਾਰੇ ਤਾਂ ਕਾਹਦੇ ਖਬਰਾਂ ਆ ਰਹੀਆਂ? ਖਬਰਾਂ ਤਾਂ ਉਦੋਂ ਦੀਆਂ ਆ ਰਹੀਆਂ ਨੇ ਜਦੋਂ ਦਾ ਇਹ ਜਹਾਜ਼ ਹਾਂਗਕਾਂਗ ਤੋਂ ਚੱਲਿਆ ਹੈ। ਜਨਾਬ ਫਿਰ ਸਭ ਤੋਂ ਪਹਿਲਾਂ ਇਹ ਤਾਂ ਪਤਾ ਸੀ, ਇਹਦੇ 'ਚ ਘਬਰਾਉਣ ਵਾਲੀ ਕਿਹੜੀ ਗੱਲ ਹੈ? ਮੈਂ ਗੁਰਦੇਵ ਸਿੰਘ ਨੂੰ ਮਿਲ ਕੇ ਆ ਰਿਹਾ ਪਰ ਮੈਨੂੰ ਸਾਫ਼-ਸਾਫ਼ ਕਹਿ ਦਿੱਤਾ ਹੈ ਕਿ ਤੂੰ ਆਪਣਾ ਇੱਥੇ ਜਹਾਜ਼ ਕਿਸੇ ਵੀ ਕੀਮਤ ਨਹੀਂ ਲਿਆ ਸਕਦਾ। ਬਿਹਤਰ ਇਹ ਹੈ ਕਿ ਤੂੰ ਇੱਥੋਂ ਵਾਪਸ ਚਲੇ ਜਾ। ਜਨਾਬ ਇਹ ਗੱਲ ਕਾਨੂੰਨ ਅਨੁਸਾਰ ਤੇ ਠੀਕ ਲੱਗਦੀ ਹੈ। ਅਸੀਂ ਵੀ ਬ੍ਰਿਟਿਸ਼ ਨਾਗਰਿਕ ਹਾਂ, ਹਿੰਦੁਸਤਾਨੀ ਵੀ ਆ, ਫਿਰ ਇਹ ਬਰਾਬਰੀ ਨਾਲ ਬਰਾਬਰੀ ਦਾ ਕੀ ਹਿਸਾਬ ਹੈ? ਜਨਾਬ ਹਿੰਦੁਸਤਾਨੀ ਕੈਨੇਡਾ ਆ ਸਕਦੇ ਨੇ। ਹਰਗਿਜ਼ ਨਹੀਂ, ਇਹ ਹਿੰਦੁਸਤਾਨੀ ਗੋਰੇ ਦੇ ਬਰਾਬਰ ਕਦੇ ਨਹੀਂ ਹੋ ਸਕਦੇ। ਮੈਂ ਉਨੀ ਦੇਰ ਤੱਕ ਚੈਨ ਨਾਲ ਨਹੀਂ ਬੈਠਾਂਗਾ ਜਿੰਨੀ ਦੇਰ ਤੱਕ ਇਸ ਕਾਮਾਗਾਟਾ ਮਾਰੂ ਨੂੰ ਵਾਪਸ ਨਹੀਂ ਭੇਜ ਦਿੰਦਾ। ਜਨਾਬ ਤੁਹਾਨੂੰ ਮਿਲਣ ਵਾਸਤੇ ਕੁਝ ਕੈਨੇਡਾ ਰਹਿੰਦੇ ਹਿੰਦੁਸਤਾਨੀ ਆਏ ਨੇ। ਕੌਣ ਇਹ ਲੋਕ? ਮੇਵਾ ਸਿੰਘ ਲੋਕੋ ਕੇ ਰਹੀਮ ਅਸਦ। ਜਨਾਬ ਜੀ ਉਹਨਾਂ ਨੂੰ ਤੁਹਾਡਾ ਵੇਖ ਲੈਣਾ, ਉਹਨੇ ਮੇਰਾ ਕਿਨਾਰਾ ਕਰਨਾ ਹੈ। ਮੈਂ ਚੱਲਿਆ ਜੀ। ਹਲਾ ਮਿਸਟਰ ਹੌਕਿੰਸਨ, ਕਿੱਧਰ ਆਏ? ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਦ ਤੱਕ ਕਾਮਾਗਾਟਾ ਮਾਰੂ ਦਾ ਫੈਸਲਾ ਨਹੀਂ ਹੋ ਜਾਂਦਾ, ਗੁਰਦੇਵ ਸਿੰਘ ਤੇ ਬਾਕੀ ਮੁਸਾਫਰਾਂ ਨੂੰ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਸ਼ਹਿਰ ਜਾ ਰਹੇ ਨੇ। ਹਰਗਿਜ਼ ਨਹੀਂ, ਗੁਰਦੇਵ ਸਿੰਘ ਸਮੇਤ ਸਾਰੇ ਮੁਸਾਫਰ ਸਾਡੇ ਕੈਦੀ ਨੇ ਤੇ ਤੁਹਾਨੂੰ ਇਹ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਜ਼ਮਾਨਤ ਤੇ ਵੀ ਨਹੀਂ? ਹਰਗਿਜ਼ ਨਹੀਂ। ਹੋ ਸਕਦਾ ਤੁਸੀਂ ਉਹਨਾਂ ਨੂੰ ਨਸਾ ਦਿਓ। ਫਿਰ ਠੀਕ ਹੈ, ਅਸੀਂ ਉਹਨਾਂ ਨੂੰ ਜਹਾਜ਼ ਵਿੱਚ ਜਾ ਕੇ ਮਿਲ ਲੈਣੇ। ਦੇਖੋ ਇਹ ਕਾਨੂੰਨੀ ਮਾਮਲਾ ਹੈ, ਜਦੋਂ ਤੱਕ ਤੁਹਾਡਾ ਕਾਮਾਗਾਟਾ ਮਾਰੂ ਨਾਲ ਕਿਸ ਦਾ ਕੋਈ ਸੰਬੰਧ ਨਹੀਂ ਹੈ। ਪਰ ਰਿਸ਼ਤੇਦਾਰਾਂ ਨੂੰ ਮਿਲ ਲੈਣ ਦਿਓ। ਅਗਰ ਤੁਸੀਂ ਕੋਈ ਐਸਾ ਵੈਸਾ ਕਦਮ ਚੁੱਕਿਆ ਤਾਂ ਇਮੀਗ੍ਰੇਸ਼ਨ ਡਿਪਾਰਟਮੈਂਟ ਤੁਹਾਡੇ ਖਿਲਾਫ ਸਖਤ ਕਾਰਵਾਈ ਕਰੇਗਾ। ਠੀਕ ਹੈ, ਜੋ ਤੁਸੀਂ ਕਰਨਾ ਹੈ ਕਰੋ, ਜੋ ਅਸੀਂ ਕਰਨਾ ਹੋਇਆ ਨਾ ਫਿਰ ਅਸੀਂ ਕਰ ਲਵਾਂਗੇ। Shut up! Get lost! You better mind your own business. ਮੈਂ ਦਿਮਾਗਾਂ ਵਿੱਚ ਇੰਨੀ ਜ਼ਿਆਦਾ ਨਫ਼ਰਤ ਭਰੀ ਹੋਈ ਹੈ ਨਾ, ਗੱਲ ਵੀ ਡਿਗਨਿਟੀ ਨਾਲ ਨਹੀਂ ਕਰ ਸਕਦੇ। ਕਈ ਵਾਰ ਇੰਨਾ ਗੁੱਸਾ ਚੜਦਾ ਜੀ ਕਰਦਾ ਸਬਕ ਸਿਖਾ ਹੀ ਦਈਏ। ਅਸਲ ਵਿੱਚ ਇਹਨਾਂ ਨੇ ਜਹਾਜ਼ ਨੂੰ ਵਾਪਸ ਮੋੜਨ ਦਾ ਫੈਸਲਾ ਕਰ ਲਿਆ ਹੋਇਆ ਹੈ। ਹੁਣ ਤਾਂ ਬਹਾਨਾ ਹੀ ਸੋਚਦੇ ਨੇ। ਬਿਲਕੁਲ, ਕੈਨੇਡਾ ਦੀ ਇਮੀਗ੍ਰੇਸ਼ਨ ਪਾਲਿਸੀ ਦਾ ਨਾ ਇਹ ਕਹਿੰਦੇ ਨੇ ਕਿ ਬਾਕੀਆਂ ਵਾਂਗ ਹਿੰਦੁਸਤਾਨੀਆਂ ਨੂੰ ਵੀ ਕੈਨੇਡਾ ਆਉਣ ਦਾ ਪੂਰਾ ਹੱਕ ਹੈ, ਪਰ ਸ਼ਰਤ ਇਹ ਹੈ ਕਿ ਜਹਾਜ਼ ਸਿੱਧਾ ਇੰਡੀਆ ਤੋਂ ਕੈਨੇਡਾ ਆਉਣਾ ਚਾਹੀਦਾ। ਸਾਰੀ ਦੁਨੀਆ ਜਾਣਦੀ ਹੈ ਕਿ ਕੋਈ ਵੀ ਜਹਾਜ਼ ਇੰਡੀਆ ਤੋਂ ਸਿੱਧਾ ਕੈਨੇਡਾ ਆਉਂਦਾ ਹੀ ਨਹੀਂ। ਮੇਰਾ ਤਾਂ ਵਿਚਾਰ ਹੈ ਆਪਾਂ
ਆਪਾਂ ਗਿਆਨੀ ਗੁਰਦਿੱਤ ਸਿੰਘ ਜੀ ਦੀ ਹਰ ਪੱਖ ਤੋਂ ਡਟ ਕੇ ਹਮਾਇਤ ਕਰੀਏ ਤੇ ਸਾਰਾ ਧਿਆਨ ਇਸੇ ਪਾਸੇ ਵੱਲ ਲਗਾ ਲਈਏ। ਬਿਲਕੁਲ, ਹੋਰ ਕੋਈ ਨਹੀਂ। ਹੁਣ ਇਮੀਗ੍ਰੇਸ਼ਨ ਵਾਲਿਆਂ ਨੂੰ ਦੇਖ ਲਓ, ਉਹਨਾਂ ਨਾਲ ਸਿੱਧੀ ਗੱਲ ਕਰਨ ਦਾ ਫਾਇਦਾ ਨਹੀਂ ਕੋਈ, ਆਪਾਂ ਕੋਈ ਵਕੀਲ ਵੀ ਕਰ ਲੈਂਦੇ ਆ। ਮੈਂ ਤਾਂ ਕਹਿੰਦਾ ਕਾਮਾ ਗਾਟਾ ਮਾਰੂ ਕਮੇਟੀ ਬਣਾਈ ਜਾਵੇ ਜਿਹੜੀ ਇੱਕ ਵਕੀਲ ਦੇ ਰਾਹੀਂ ਇਮੀਗ੍ਰੇਸ਼ਨ ਵਾਲਿਆਂ ਨਾਲ ਗੱਲਬਾਤ ਕਰੇ ਤੇ ਜੇ ਸਾਡੇ ਭੈਣਾਂ ਭਰਾਵਾਂ ਨੂੰ ਕਿਸੇ ਚੀਜ਼ ਦੀ ਲੋੜ ਪਵੇ ਤਾਂ ਅਸੀਂ ਸਾਰੇ ਰਲ ਕੇ ਉਹਦੀ ਹੈਲਪ ਕਰੀਏ। ਬਹੁਤ ਅੱਛਾ, ਇਹ ਕਮੇਟੀ ਅੱਜ ਰਾਤ ਤੱਕ ਬਣ ਜਾਣੀ ਚਾਹੀਦੀ ਹੈ। ਆਪਾਂ ਹੁਣ ਸਵੇਰ ਮਿਲਾਂਗੇ। ਠੀਕ ਹੈ, ਆਪਾਂ ਸਵੇਰ ਮਿਲਦੇ ਹਾਂ। ਵੰਦੇ ਮਾਤਰਮ, ਵੰਦੇ ਮਾਤਰਮ। पहुंच गए ਅਸੀਂ ਪਹੁੰਚ ਗਏ ਕਿਸ ਦੇ ਪਹੁੰਚ ਗਏ ਅਸੀਂ ਪਹੁੰਚ ਗਏ ਕਿਸ ਦੇ ਦਰਦ ਪਰਾਈ ਸੁਨਾ ਸੂਰਜ ਵੱਖਰਾ ਹੀ ਰਹੇ ਦਰਦ ਪਰਾਈ ਸੁਨਾ ਸੂਰਜ ਵੱਖਰਾ ਹੀ ਰਹੇ ਸਾਡੀ ਧਰਤੀ ਗੋਰਿਆ ਮਲ ਇਸ ਧਰਤੀ ਤੇ ਆਏ ਬਾਗ ਗੁਲਾਮਾਂ जीवन जीत कैसी झूल हटाए बीच समुद्रा कहती जीता बिना मुकदमे के एक ऐसा है देश लोका एक ऐसा है एक ऐसा है समझ नहीं आ रही कि ये सब कुछ हो की रहा है इमिग्रेशन वाले कर भी रहे ने ਇਮੀਗ੍ਰੇਸ਼ਨ ਵਾਲੇ ਆਪਣੇ ਨਾਲ ਧੋਖਾ ਕਰ ਰਹੇ ਨੇ, ਜਾਣ ਬੁੱਝ ਕੇ ਸਾਨੂੰ ਔਖਾ ਕਰ ਰਹੇ ਨੇ ਤੇ ਸਾਡੇ ਰਾਹ ਵਿੱਚ ਵੱਧ ਤੋਂ ਵੱਧ ਰੁਕਾਵਟਾਂ ਪਾ ਰਹੇ ਨੇ। ਇੱਥੋਂ ਦੀ ਸਰਕਾਰ ਕੀ ਕਰ ਰਹੀ ਹੈ ਇਮੀਗ੍ਰੇਸ਼ਨ ਦੇ ਇੰਸਪੈਕਟਰਾਂ ਨੂੰ ਇੰਨੇ ਅਧਿਕਾਰ ਨਹੀਂ, ਇਹ ਕੈਸੀ ਬੇਹੂਦਗੀ ਹੈ। ਘੱਟੋ ਘੱਟ ਤੁਹਾਨੂੰ ਤਾਂ ਉਤਰਨ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ। ਜੇ ਤੁਸੀਂ ਵੀ ਨਾ ਉਤਰ ਸਕੇ ਤਾਂ ਜਹਾਜ਼ ਚੋਂ ਕੋਲਾ ਕਿਵੇਂ ਲੱਥੂਗਾ ਤੇ ਵਿਕੂਗਾ ਕਿਵੇਂ? ਤੇ ਜੇ ਜਹਾਜ਼ 'ਚ ਕੋਲਾ ਨਾ ਵਿਕਿਆ ਤਾਂ ਕਿਸ਼ਤ ਦੇਣੀ ਮੁਸ਼ਕਲ ਹੋ ਜਾਏਗੀ। ਅਗਲੀ ਕਿਸ਼ਤ ਤਾਂ ਆਈ ਖੜੀ ਹੈ, ਬਸ 4-5 ਦਿਨ ਰਹਿ ਗਏ। ਪੂਰੇ $22,000 ਦੇਣੇ ਨੇ। ਇਹ ਤਾਂ ਬਹੁਤ ਮੁਸ਼ਕਲ ਹੈ। ਤੁਸੀਂ ਨਾਲ ਲਿਖੋ ਰੀਡ ਨੂੰ ਹੋਰ ਇੱਕ। ਦੇਖਦਾ ਹਾਂ ਕੀ ਬਣਦਾ। ਮੈਂ ਵੀ ਮਿਸਟਰ ਰੀਡ ਨੂੰ 5-6 ਚਿੱਠੀਆਂ ਲਿਖ ਚੁੱਕਿਆ, ਪਰ ਉਸਦੇ ਕੰਨਾਂ ਤੇ ਕੋਈ ਜੂ ਤੱਕ ਨਹੀਂ ਸਕਦੀ। ਜਹਾਜ਼ ਵਿੱਚ ਪਹਿਲੇ ਰਾਸ਼ਨ ਦਾ ਬਹੁਤ ਮੰਦਾ ਹਾਲ ਹੈ। ਤੁਸੀਂ ਨਾਲ ਲਿਖੋ ਰੀਡ ਨੂੰ ਹੋਰ ਇੱਕ। ਮੈਂ ਕੋਸ਼ਿਸ਼ ਕਰਦਾ। ਮਾਂ ਬਹੁਤ ਭੁੱਖ ਲੱਗੀ ਹੈ, ਰੋਟੀ ਕਦੋਂ ਮਿਲੂਗੀ? ਬਸ ਥੋੜੀ ਦੇਰ ਨੂੰ ਮਿਲ ਜੂਗੀ ਰਾਤ ਨੂੰ। ਹੁਣ ਤੂੰ ਸੌ ਜਾ ਮੇਰਾ ਸਭ ਪੁੱਤ। ਮਾਂ ਇਹ ਸ਼ਹਿਰ ਦੀ ਰੋਟੀ ਬੜੀ ਸੋਹਣੀ ਬਣਦੀ ਹੈ, ਗਰੀਬ ਹੈ। ਨਹੀਂ ਬੇਟਾ, ਇਹ ਤੇ ਬੜਾ ਅਮੀਰ ਮੁਲਕ ਹੈ, ਤਾਇਓ ਤੇ ਆਪਾਂ ਇੱਥੇ ਆਏ ਆ। ਇੱਥੇ ਲੋਕ ਫਲ, ਸਬਜ਼ੀਆਂ, ਦੁੱਧ, ਮੀਟ, ਆਂਡੇ ਸਾਰਾ ਕੁਝ ਖਾਂਦੇ ਆ। ਬਸ ਹੁਣ ਤੇ 1-2 ਦਿਨਾਂ ਦੀ ਗੱਲ ਰਹਿ ਗਈ ਹੈ, ਆਪਾਂ ਜਹਾਜ਼ ਤੋਂ ਉੱਤਰ ਜਾਣਾ ਹੈ। ਤੇਰੇ ਮਾਮੇ ਆਪਾਂ ਨੂੰ ਲੈਣ ਆਉਣਗੇ, ਫਿਰ ਤੂੰ ਜਿੰਨਾ ਜੀ ਕਰੇ ਦੁੱਧ ਪੀਵੀਂ, ਰੱਜ ਕੇ ਸਾਰੀਆਂ ਚੀਜ਼ਾਂ ਖਾਵੀਂ। ਹੁਣ ਤੂੰ ਸੌ ਜਾ ਮੇਰਾ ਪੁੱਤ। ਦਲਜੀਤ ਸਿੰਘ, ਮੈਂ ਇੰਸਪੈਕਟਰ ਰੀਡ ਨੂੰ ਹੋਰ ਕੋਈ ਚਿੱਠੀ ਨਹੀਂ ਲਿਖਣੀ। ਤੂੰ ਮੇਰੇ ਵੱਲੋਂ ਇੱਕ ਤਾਰ ਕੈਨੇਡਾ ਦੇ ਗਵਰਨਰ ਜਨਰਲ ਨੂੰ ਭੇਜ। ਗਵਰਨਰ ਜਨਰਲ? ਹਾਂ, ਉਸ ਵਿੱਚ ਲਿਖ ਕੇ ਰੀਡ ਸਾਡੇ ਨਾਲ ਧੋਖਾ ਕਰ ਰਿਹਾ, ਜਾਣ ਬੁੱਝ ਕੇ ਸਾਡੇ ਰਾਹ ਵਿੱਚ ਰੁਕਾਵਟਾਂ ਪਾ ਰਿਹਾ। ਠੀਕ ਹੈ, ਹੋਰ ਕੀ ਲਿਖਦਾ? ਵਿੱਚ ਲਿਖ ਕੇ ਮੈਨੂੰ ਇੱਥੇ ਉਤਰਨ ਦੀ ਇਜਾਜ਼ਤ ਦਿੱਤੀ ਜਾਵੇ। ਜੇ ਅਸੀਂ ਕੋਲਾ ਨਾ ਵੇਚਿਆ ਤੇ ਅਸੀਂ ਜਹਾਜ਼ ਦੀ ਕਿਸ਼ਤ ਨਹੀਂ ਦੇ ਸਕਦੇ। ਇਸ ਹਾਲਤ ਵਿੱਚ ਜਹਾਜ਼ ਸਾਥੋਂ ਖੁੱਸ ਜਾਏਗਾ ਤੇ ਇਸ ਸਾਰੇ ਨੁਕਸਾਨ ਦੀ ਜ਼ਿੰਮੇਵਾਰ ਕੈਨੇਡੀਅਨ ਸਰਕਾਰ ਹੋਵੇਗੀ। ਠੀਕ ਹੈ, ਹੋਰ? ਇੱਕ ਸਾਰੇ ਮੁਸਾਫਰਾਂ ਵੱਲੋਂ ਤਾਰ ਭੇਜ। ਉਹ ਕਿਸ ਤਰ੍ਹਾਂ? ਉਸ ਵਿੱਚ ਲਿਖ ਕੇ ਇਮੀਗ੍ਰੇਸ਼ਨ ਵਾਲਿਆਂ ਨੇ ਸਾਨੂੰ ਇੱਥੇ ਕੈਦੀ ਬਣਾ ਕੇ ਰੱਖਿਆ ਹੋਇਆ ਹੈ, ਪਰ ਰਾਸ਼ਨ ਦੇਣ ਤੋਂ ਇਨਕਾਰ ਕਰ ਰਹੇ ਨੇ। ਇਹ ਅਣਮਨੁੱਖੀ ਵਤੀਰਾ ਹੈ ਕਿ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ। ਠੀਕ ਹੈ, ਹੋਰ ਕੀ ਲਿਖਣਾ ਹੈ? ਕਾਮਾਗਾਟਾ ਮਾਰੂ ਲਈ ਫੌਰਨ ਇੱਕ ਪੜਤਾਲੀਆ ਕਮਿਸ਼ਨ ਬਣਾਇਆ ਜਾਵੇ ਜੋ ਸਾਰੇ ਹਾਲਾਤ ਦੀ ਜਾਂਚ ਕਰੇ ਤੇ ਸਾਡੇ ਕਾਮਾਗਾਟਾ ਮਾਰੂ ਦੇ ਮਸਲੇ ਨੂੰ ਛੇਤੀ ਤੋਂ ਛੇਤੀ ਸੁਲਝਾਵੇ। ਬਿਲਕੁਲ ਠੀਕ ਹੈ, ਇਹ ਤਾਰ ਵੀ ਮੈਂ ਅੱਜ ਨਾਲ ਹੀ ਦੇ ਦੇਣਾ। ਹਾਂ, ਜ਼ਰੂਰ ਭੇਜ। ਤੇ ਦਲਜੀਤ ਸਿੰਘ ਤੂੰ ਇਤਨਾ ਕਿਉਂ ਨਹੀਂ ਕਰਦਾ? ਤੂੰ ਇੱਕ ਤਾਰ ਆਪਣੇ ਵੱਲੋਂ ਹੀ ਬਰਡ ਨੂੰ ਭੇਜ ਕੇ ਵੇ। ਬਈ ਸਾਨੂੰ ਇੱਥੋਂ ਦੇ ਹਿੰਦੁਸਤਾਨੀਆਂ ਦੇ ਸੰਪਰਕ 'ਚ ਰਹਿਣਾ ਬਹੁਤ ਜ਼ਰੂਰੀ ਹੈ, ਸਾਡੀ ਬਹੁਤ ਸਹਾਇਤਾ ਕਰ ਸਕਦੇ ਹੈ। ਠੀਕ ਹੈ, ਬਹੁਤ ਅੱਛਾ। बेबसी भरे बेबसी मुल्क बेगाने बेबसी बेबसी भरे बेबसी मुल्क बेगाने बेबसी ना करना दी दा टुकड़ा ना करना दी दा टुकड़ा बिच समुद्रा जान फसी बेबसी भरे बेबसी ਉਹ ਮੇਰਾ ਸਿੱਧੇ ਤੇ ਮੈਂ ਲੋਕ
रिपोर्ट लेके आए हैं। वेरी गुड, फिर बोल लगे हैं। हम लोकल इंदौर ने कमेटी बनाई है। मेवा सिंह लोपोगे, रहीम हसन ते भाग सिंह ਦੀ ਅਗਵਾਈ ਹੈ। ਜਨਾਬ ਲੋਕਲ ਹਿੰਦੂ ਕਾਮਾ ਘਟਾ ਮਾਰਨ ਲਈ ਬੜੀ ਭਾਜਨਾਸ ਕਰ ਰਹੇ ਨੇ। ਪਰ ਸਾਡੇ ਵਾਸਤੇ ਤੇ ਬਹੁਤ ਫਿਕਰ ਦੀ ਗੱਲ ਹੈ। ਮੈਂ ਤੇ ਚਾਹੁੰਦਾ ਸੀ ਕਿ ਕਾਮਾ ਘਾਟਾ ਮਾਰੂ ਚ ਇੱਕ ਹਿੰਦੁਸਤਾਨੀ ਨਾ ਪਹੁੰਚੇ। ਮੈਨੂੰ ਖਬਰ ਮਿਲੀ ਹੈ ਕਿ ਉਹ ਕਾਫੀ ਪੈਸੇ ਇਕੱਠੇ ਕਰ ਰਹੇ, ਸਾਡੇ ਵਿਰੁੱਧ ਵਕੀਲ ਵੀ ਖੜਾ ਕਰ ਲਿਆ ਉਹਨਾਂ। ਅੱਛਾ ਜਨਾਬ ਫਿਰ ਤਾਂ ਲੋਕਲ ਹਿੰਦੂ ਪੂਰੀ ਤਰ੍ਹਾਂ ਡਟ ਗਏ ਨੇ। ਖੈਰ ਕੋਈ ਗੱਲ ਨਹੀਂ, ਅਸੀਂ ਇਹਨਾਂ ਦੇ ਵਕੀਲ ਨੂੰ ਕਾਮਾ ਘਾਟਾ ਮਾਰੂ ਚ ਪਹੁੰਚਣ ਨਹੀਂ ਦੇਣਾ। ਫਿਰ ਕੀ ਕਰ ਲੇਗੀ ਉਹਨਾਂ ਦੀ ਕਮੇਟੀ ਤੇ ਕੀ ਕਰ ਲੇਗਾ ਉਹਨਾਂ ਦੇ ਵਕੀਲ। ਪਰ ਜਨਾਬ ਗੁਰਦਿੱਤਾ ਲੋਕਲ ਹਿੰਦੂ ਨੂੰ ਪ੍ਰੋਟੈਕਟ ਕਰ ਸਕਦਾ ਹੈ। ਤੈਨੂੰ ਮਿਸਟਰ ਲੀਡ ਦੀ ਹੁਸ਼ਿਆਰੀ ਬਾਰੇ ਨਹੀਂ ਪਤਾ। उसने गुरदेव सिंह ਨੂੰ साफ-साफ कहता है क्योंकि एक काम मुसाफिर है जो उतनी देर तक इतने जहाज नहीं जा सकता जितनी देर तक इमिग्रेशन हाँ ना कहे। पर जनाब वो चिट्ठियां नहीं कह सकता है, तारा भेज सकता है। कामा घाटा मारो दी सारी डाक मैं अपने को रख लेना। अपने को हाँ, मैं डाक के तार दे सारे अफसर अपने वाल कीते हुए वो सारी डाक मेरे हवाले कर देते। पर ये सीक्रेट है, दसवीं नहीं कैसे। वेरी गुड सर, वेरी गुड। देख ਇਹ ਉਹ ਚਿੱਠੀ ਹੈ ਜੋ ਦਲਜੀਤ ਸਿੰਘ ਨੇ ਲਿਖੀ ਹੈ। ਇਹਦੇ ਵਿੱਚ ਮੁਸਾਫਰਾਂ ਨੇ ਤਰਲੇ ਪਾਏ ਨੇ ਰਾਸ਼ਨ ਦੇ ਲਈ। ਮੈਨੂੰ ਇਹ ਹਿੰਦੁਸਤਾਨੀ ਤਰਲੇ ਕਰਦੇ ਬੜੇ ਚੰਗੇ ਲੱਗਦੇ। ਉਹ ਆਪ ਦੇਖਿਆ ਸੀ ਨਾ ਜਹਾਜ਼ ਵਿੱਚ ਆ ਕੇ ਹਿੰਦੁਸਤਾਨੀ ਕਿੰਨੇ ਘਟੀਆ, ਕਿੰਨੇ ਜਾਹਿਲ ਤੇ ਕਿੰਨੇ ਬੇਵਕੂਫ ਲੋਕ ਨੇ। पर जनाब अखबारां वाले तो कहते हैं कि पूरे सिविलाइज ने थोड़ी बहुत अंग्रेजी तो सारे बोलते हैं। जनाब कई तो एक्सीलेंट अंग्रेजी बोलते हैं। ਇਹਨਾਂ ਅਖਬਾਰਾਂ ਵਾਲੇ ਦਾ ਕੀ ਹੈ ਜੋ ਚਾਹੇ ਮਰਜ਼ੀ ਲਿਖ ਦੇਣ, ਕੋਈ ਫਰਕ ਨਹੀਂ ਪੈਣ ਲੱਗਾ। जनाब फर्क क्यों नहीं पैना? लोकल हिंदू इन्हां रिपोर्टरां नूं इंक्वायरी बोर्ड सामने अपने हक्कां ਲਈ ਵਰਤ ਸਕਦੇ ਨੇ। ਇਨਕੁਆਇਰੀ ਬੋਰਡ जनाब ਇੱਥੇ ਹੱਸਣ ਵਾਲੀ ਕਿਹੜੀ ਗੱਲ ਹੈ? ਜਹਾਜ਼ ਦੇ ਫੈਸਲੇ ਲਈ ਇੰਕੁਆਇਰੀ ਬੋਰਡ ਨਹੀਂ ਬਣਿਆ। ਬਣਿਆ ਇਨਕੁਆਇਰੀ ਬੋਰਡ ਗੁਰਦੇਵ ਸਿੰਘ ਦੇ ਲਈ ਮਿਸਟਰ ਲੀਡ ਦੇ ਵਿਰੁੱਧ ਸ਼ਿਕਾਇਤ ਕਰ ਲਈ। ਪਰ ਤੂੰ ਜਾਣਦਾ ਤਾਂ ਚੇਅਰਮੈਨ ਕੌਣ ਹੈ? ਕੌਣ ਹੈ ਜਨਾਬ? ਮਿਸਟਰ ਰੀਡ, ਜਿਸ ਦੇ ਖਿਲਾਫ ਸ਼ਿਕਾਇਤ ਕੀਤੀ ਸਰਕਾਰ ਨੇ ਉਸੇ ਨੂੰ ਹੀ ਚੇਅਰਮੈਨ ਬਣਾ ਦਿੱਤਾ। ਹੁਣ ਮੈਂ ਜਹਾਜ਼ ਨੂੰ ਵਾਪਸ ਮੋੜ ਕੇ ਦਊਂਗਾ। ਮੇਰਾ ਨਾਮ ਹੀ ਹੌਪਕਿੰਸਨ ਹੈ, ਹੌਪਕਿੰਸਨ। हॉपकिंसन में है हॉपकिंसन, हॉपकिंसन में है हॉपकिंसन। जहाज तो कोई नहीं उतरन देना, मैं भी सौए खा लई। सारे भारतीय वापस मोड़ने नवी स्कीम बना लई। लाल मिलाया अपने बेला बड़े गुरु दा चादर चेला। हॉपकिंसन में है हॉपकिंसन, हॉपकिंसन में है हॉपकिंसन। ਭਰਾਵੋ ਮੈਂ ਤਾਂ ਸੁਣਿਆ ਸੀ ਵੀ ਅੰਗਰੇਜ਼ ਦੇ ਰਾਜ 'ਚ ਬੜਾ ਇਨਸਾਫ ਮਿਲਦਾ ਹੈ। ਸ਼ੇਰ ਤੇ ਬੱਕਰੀ ਇੱਕੋ ਘਰ ਤੋਂ ਪਾਣੀ ਪੀਂਦੇ ਆ। ਆ ਵੇਖ ਲੋ ਅੰਗਰੇਜ਼ ਦਾ ਇਨਸਾਫ। ਤਰਲੇ ਕਰ ਕਰਕੇ ਮਰ ਗਏ ਆ, ਕੋਈ ਪਾਣੀ ਦੀ ਘੁੱਟ ਲਿਆ ਕੇ ਦੇਣ ਨੂੰ ਤਿਆਰ ਨਹੀਂ। ਵੀ ਮੈਂ ਤੇ ਪਿੰਡ ਸੁਣਦੀ ਹੁੰਦੀ ਸਾਂ ਵੀ ਅੰਗਰੇਜ਼ਾਂ ਦੇ ਮੁਲਕ ਤੇ ਦੁੱਧ ਦੀਆਂ ਨਦੀਆਂ ਵਗਦੀਆਂ ਨੇ। ਆ ਮੇਰਾ ਲਾਲ ਤੇ ਪਾਣੀ ਦੀ ਘੁੱਟ ਨੂੰ ਕੋਲੋਂ ਵੀ ਰਹਿ ਗਿਆ ਨਾ। ਪਾਣੀਆਂ ਪਤਲੀ ਵੀ ਕੋਈ ਚੀਜ਼ ਹੁੰਦੀ ਹੈ। ਕਿੱਦਾਂ ਦੇ ਲੋਕ ਵਸਦੇ ਆ ਇੱਥੇ। ਇਨਸਾਨ ਹੈ ਕਿ ਪੱਥਰ? ਬਈ ਜਦੋਂ ਉਤਰਾਂਗੇ ਵੇਖੀ ਜਾਓ, ਜੇ ਨਹੀਂ ਉਤਰਨਗੇ ਤੇ ਨਾ ਸਹੀ। ਮੈਂ ਤੇ ਕਹਿੰਦੀ ਆ ਉਤਰ ਕੇ ਲੈਣਾ ਵੀ ਕੀ ਹੈ ਇੰਨਾ ਜ਼ੁਲਮ, ਇੰਨੇ ਤਸੀਹੇ। ਇਹ ਤਾਂ ਸਾਨੂੰ ਭਖਾਰੀ ਸਮਝਦੇ ਆ। ਲੋਕੀ ਮੰਗਤਿਆਂ ਨੂੰ ਵੀ ਪਾਣੀ ਦੀ ਘੁੱਟ ਦੇ ਦਿੰਦੇ ਆ। ਹਾਂ, ਹੁਣ ਤੇ ਅਸੀਂ ਮੰਗਤੇ ਹੀ ਹੋ ਗਏ। ਉਹ ਅੰਗਰੇਜ਼ ਕਹਿਣਗੇ ਪੰਜਾਬੀ ਬੜੇ ਬਹਾਦਰ ਨੇ, ਅੰਗਰੇਜ਼ੀ ਰਾਜ ਦੇ ਰਾਖੇ ਨੇ। ਪਤਾ ਜੇ ਮੇਰਾ ਵੱਡਾ ਕਿੱਦਾਂ ਮਰਿਆ ਸੀ ਕਿਰਪਾਲ ਫੌਜ ਵਿੱਚ ਮੋਰਚੇ ਤੇ ਲੜਦਾ ਆਪਣੇ ਜ਼ਖਮੀ ਹੋਏ ਅੰਗਰੇਜ਼ ਅਫਸਰ ਨੂੰ ਪਾਣੀ ਪਿਆਉਂਦਾ ਮੇਰੇ ਨਾਂ ਨੇ ਜਾਨ ਵਾਰਤੀ ਇਹਨਾਂ ਅੰਗਰੇਜ਼ਾਂ ਵਾਸਤੇ। ਇਸ ਜੱਜ ਦੇ ਰਾਜ ਵਾਸਤੇ ਮੈਂ ਆਪਣੇ ਜਿਗਰ ਦਾ ਟੁਕੜਾ ਮਾਰ ਦਿੱਤਾ, ਪਰ ਉਹਦਾ ਫਲ ਮੈਨੂੰ ਕੀ ਮਿਲਿਆ ਆ ਵੇਖੋ ਤੁਹਾਡੇ ਸਾਹਮਣੇ ਆ। ਹੁਣ ਕਹਿੰਦੇ ਇਹ ਢੇਰੀ ਮਰ ਜਾ ਤੜਪ ਕੇ, ਨਾਲੇ ਮਰਜੇ ਤੇਰਾ। ਦੁੱਖ ਦੇ ਹੋਏ ਇਹੋ ਜੀ ਸਰਕਾਰ ਦੇ, ਲਾਂਭੇ ਇਹੋ ਜਿਹੇ ਇਨਸਾਫ ਦੇ। ਰਹੀਮ ਹਸਨ ਜੀ ਸਾਰਾ ਰਾਸ਼ਨ ਤਿਆਰ ਹੈ। ਹੁਣ ਆਪਾਂ ਨੂੰ ਛੇਤੀ ਜਹਾਜ਼ ਤੱਕ ਪਹੁੰਚਾ ਦਈਏ। और मुश्किल तो है कि राशन जहाज तक पहुंचे किस तरह? इमिग्रेशन वाले ने तो मेरी गल भी नहीं सुनी। ਦੇਖੋ ਸਾਨੂੰ ਰਾਸ਼ਨ ਹਰ ਹਾਲਤ ਵਿੱਚ ਜਹਾਜ਼ ਤੱਕ ਪਹੁੰਚਾਉਣਾ ਪਵੇਗਾ, ਭਾਵੇਂ ਇਮੀਗ੍ਰੇਸ਼ਨ ਵਾਲਿਆਂ ਨੂੰ ਚੋਰੀ ਜਾਣਾ ਪਵੇ। इमिग्रेशन वाले तो चोरी? ਹਾਂ ਬਿਲਕੁਲ। ਉਹ ਦੇਖੋ
ਉਹ ਜਿਹੜੀ ਬੋਟ ਹੈ ਨਾ ਆਪਾਂ ਸਾਰਾ ਰਾਸ਼ਨ ਉਸ ਤੇ ਲੱਦ ਲਵਾਂਗੇ ਤੇ ਰਾਤ ਨੂੰ ਜਹਾਜ਼ ਤੱਕ ਚੱਲ ਲਵਾਂਗੇ। ਮੈਂ ਸਕੀਮ ਨਾਲ ਸਹਿਮਤ ਹਾਂ, ਪਰ ਜਹਾਜ਼ ਦੁਆਲੇ 24 ਘੰਟੇ ਰਿਪੋਰਟਾਂ ਦਾ ਪਹਿਰਾ ਰਹਿੰਦਾ ਹੈ। ਦੇਖੋ ਸਾਨੂੰ ਯਤਨ ਕਰਨੇ ਚਾਹੀਦੇ ਆ, ਭਾਵੇਂ ਅਸੀਂ ਕਾਮਯਾਬ ਹੋਈਏ ਜਾਂ ਨਾ ਹੋਈਏ। ਜੇ ਇਹ ਸ਼ੁਭ ਕੰਮ ਸਿਰੇ ਚੜ ਸਕਿਆ ਤਾਂ ਬਹੁਤ ਕਮਾਲ ਹੋਵੇਗੀ। ਅੱਜ ਰਾਤ ਨੂੰ ਕਮਰ ਕੱਸੇ ਕਰ ਲੈਣੇ ਆ, ਭਾਗ ਸਿੰਘ ਜੀ ਵੀ ਆਉਣ ਵਾਲੇ ਨੇ। ਠੀਕ ਆ ਫਿਰ ਆਪਾਂ ਰਾਤ ਨੂੰ ਮਿਲਦੇ ਆ। ਵੰਦੇ ਮਾਤਰਮ, ਵੰਦੇ ਮਾਤਰਮ। ਕਮਾਲ ਹੈ, ਅਸੀਂ ਸਾਰੀਆਂ ਆਗਨ ਮੋਟਾਂ ਲੰਘ ਕੇ ਆਏ ਆ, ਪਰ ਕਿਸੇ ਨੂੰ ਸਾਡੇ ਤੇ ਸ਼ੱਕ ਹੀ ਨਹੀਂ ਪਿਆ। ਲੱਗਦਾ ਹੈ ਪੁਲਿਸ ਵਾਲੇ ਸਾਰੇ ਆਪੋ ਆਪਣੀਆਂ ਵੋਟਾਂ ਵਿੱਚ ਸੁੱਤੇ ਪਏ ਨੇ। ਹੁਣ ਆਪਾਂ ਗੱਲਾਂ ਵਿੱਚ ਸਮਾਂ ਬਰਬਾਦ ਨਾ ਕਰੀਏ, ਰਾਸ਼ਨ ਜਹਾਜ਼ ਤੱਕ ਪਹੁੰਚਾਈਏ। ਹਾਂ ਠੀਕ ਹੈ, ਜੇ ਪੁਲਿਸ ਨੂੰ ਪਤਾ ਲੱਗ ਗਿਆ ਤਾਂ ਪਤਾ ਨਹੀਂ ਕੀ ਨਤੀਜਾ ਨਿਕਲੇਗਾ। ਇਸ ਤੋਂ ਪਹਿਲਾਂ ਸਾਰਾ ਰਾਸ਼ਨ ਜਹਾਜ਼ ਵਿੱਚ ਸੱਟੀਏ, ਫਿਰ ਵੇਖੀਓ ਜਿਵੇਂ ਹੋਏਗੀ। ਉਹ ਦੇਖੋ ਉਹ ਸਾਹਮਣੇ ਦੇਖ ਰਹੇ ਨੇ। ਚਲੋ ਸੁੱਟੋ ਸਾਰਾ ਰਾਸ਼ਨ। ਮੇਵਾ ਸਿੰਘ ਜੀ, ਜਾਪਦਾ ਕਿਸੇ ਪੁਲਿਸ ਵਾਲੇ ਨੂੰ ਆਪਣਾ ਪਤਾ ਲੱਗ ਗਿਆ। ਟਾਪ ਦੀਆਂ ਲਾਈਟਾਂ ਕਿੱਧਰੋਂ ਆ ਰਹੀਆਂ ਨੇ? ਹੁਣ ਕੀ ਕਰੀਏ? ਆਪਾਂ ਇਦਾਂ ਕਰਦੇ ਆ, ਰਹਿੰਦਾ ਰਾਸ਼ਨ ਵੀ ਜਹਾਜ਼ ਤੱਕ ਪਹੁੰਚਾ ਦਈਏ। ਪੁਲਿਸ ਵਾਲੇ ਸਮਝਣਗੇ ਕਿ ਇਹ ਜਹਾਜ਼ ਦੇ ਮੁਸਾਫਰ ਆ ਜਿਹੜੇ ਭੱਜਣ ਦੀ ਕੋਸ਼ਿਸ਼ ਕਰ ਰਹੇ ਆ। ਪਰ ਇਸ ਤਰ੍ਹਾਂ ਕੋਈ ਹਾਦਸਾ ਹੋ ਸਕਦਾ ਹੈ। ਦੇਖੋ ਸਾਨੂੰ ਹਰ ਹਾਦਸੇ ਨੂੰ ਤਿਆਰ ਰਹਿਣਾ ਪਏਗਾ। ਸੁੱਟੋ। ਆਪਾਂ ਚੁਫੇਰੇ ਪੁਲਿਸ ਨਾਲ ਘਿਰ ਗਏ ਆ। ਰਾਸ਼ਨ ਕਿੰਨਾ ਕੁ ਬਾਕੀ ਹੈ? ਰਾਸ਼ਨ ਤਾਂ ਸਾਰਾ ਪਹੁੰਚ ਚੁੱਕਾ ਹੈ ਜਹਾਜ਼ ਤੇ। ਫੇਰ ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਪੁਲਿਸ ਜੋ ਜੀ ਚਾਹੇ ਕਰ ਸਕਦੀ ਹੈ। ਅਸੀਂ ਆਪਣਾ ਕੰਮ ਕਰ ਲਿਆ ਹੈ। ਵੰਦੇ ਮਾਤਰਮ, ਵੰਦੇ ਮਾਤਰਮ। Kamagata maru, Kamagata maru, Kamagata maru, Kamagata maru. ਸਾਥੀਓ, ਸਾਡਾ ਇੱਥੇ ਪਬਲਿਕ ਮੀਟਿੰਗ ਕਰਨ ਦਾ ਮੰਤਵ ਕਾਮਾਗਾਟਾ ਮਾਰੂ ਤੇ ਵਿਚਾਰ ਕਰਨਾ ਹੈ ਤੇ ਕਾਮਾਗਾਟਾ ਮਾਰੂ ਦੀ ਸੱਚਾਈ ਨੂੰ ਦੁਨੀਆ ਦੇ ਸਾਹਮਣੇ ਲੈ ਕੇ ਆਉਣਾ ਹੈ। ਸਾਥੀਓ, ਅਸੀਂ ਇਹ ਗੱਲ ਬੜੀ ਮਾਣ ਨਾਲ ਕਹਿੰਦੇ ਕਿ ਅਸੀਂ ਕੈਨੇਡਾ ਦੇ ਵਸਨੀਕ ਹਾਂ। ਕੈਨੇਡਾ ਦੇ ਦਰਵਾਜ਼ੇ ਹਰ ਨਸਲ ਦੇ ਲੋਕਾਂ ਲਈ ਖੁੱਲੇ ਨੇ। ਇੱਥੇ ਅੰਨ ਦੇ ਭੰਡਾਰ ਨੇ, ਕੁਦਰਤੀ ਸੋਮੇ ਬੇਸ਼ੁਮਾਰ ਨੇ। ਪਰ ਇੱਧਰ ਵੇਖੋ, ਕੈਨੇਡੀਅਨ ਇਮੀਗ੍ਰੇਸ਼ਨ ਕਾਮਾਗਾਟਾ ਮਾਰੂ ਨਾਲ ਕੀ ਸਲੂਕ ਕਰ ਰਹੀ ਹੈ। ਕਾਮਾਗਾਟਾ ਮਾਰੂ ਦੇ ਮੁਸਾਫਰ ਜਿਹੜੇ ਜਾਣੇ ਪਛਾਣੇ ਮੁਲਕ ਤੋਂ ਆਏ ਨੇ, ਇੱਕ ਜਾਣੀ ਪਛਾਣੀ ਕੌਮ ਦੇ ਵਸਿੰਦੇ ਨੇ, ਬ੍ਰਿਟਿਸ਼ ਇੰਪਾਇਰ ਦੀ ਕੁਰਬਾਨੀਆਂ ਦੇ ਚੁੱਕੇ ਨੇ। ਤੁਹਾਨੂੰ ਪਤਾ ਹੈ ਕੈਨੇਡੀਅਨ ਇਮੀਗ੍ਰੇਸ਼ਨ ਨੇ ਕੀ ਕੀਤਾ? ਕੈਨੇਡੀਅਨ ਇਮੀਗ੍ਰੇਸ਼ਨ ਨੇ ਉਹਨਾਂ ਨੂੰ ਉਹਨਾਂ ਦੇ ਜਹਾਜ਼ ਵਿੱਚ ਹੀ ਕੈਦ ਕਰ ਦਿੱਤਾ ਹੈ। ਹੁਣ ਤੁਸੀਂ ਦੱਸੋ, ਅਸੀਂ ਕੈਨੇਡਾ ਵਿੱਚ ਰਹਿੰਦੇ ਹਾਂ ਜਾਂ ਜ਼ਾਰ ਦੇ ਰੂਸ ਵਿੱਚ? ਸਾਥੀਓ, ਮੰਨ ਲਓ ਕਿ ਕੈਨੇਡੀਅਨ ਲੋਕਾਂ ਦਾ ਕੋਈ ਜਹਾਜ਼ ਹਿੰਦੁਸਤਾਨ ਜਾਵੇ ਤੇ ਹਿੰਦੁਸਤਾਨ ਦਾ ਇਮੀਗ੍ਰੇਸ਼ਨ ਡਿਪਾਰਟਮੈਂਟ ਉਹਨਾਂ ਨੂੰ ਉਹਨਾਂ ਦੇ ਜਹਾਜ਼ ਵਿੱਚ ਹੀ ਕੈਦ ਕਰ ਦੇਵੇ, ਤਾਂ ਜਾਣਦੇ ਹੋ ਕੀ ਹੋਏਗਾ? ਇੰਗਲੈਂਡ ਦੀ ਪਾਰਲੀਮੈਂਟ ਵਿੱਚ ਹੰਗਾਮਾ ਖੜਾ ਹੋ ਜਾਏਗਾ। ਦੁਨੀਆ ਦੀਆਂ ਘਟੀਆਂ ਤੋਂ ਘਟੀਆਂ ਗਾਲਾਂ ਹਿੰਦੁਸਤਾਨੀਆਂ ਨੂੰ ਕੱਢੀਆਂ ਜਾਣਗੀਆਂ। ਉਹਨਾਂ ਨੂੰ ਵਹਿਸ਼ੀ, ਦਰਿੰਦੇ, ਅਣਮਨੁੱਖੀ ਕਿਹਾ ਜਾਏਗਾ। ਤੇ ਹੁਣ ਵੇਖੋ ਇੰਗਲੈਂਡ ਦੀ ਪਾਰਲੀਮੈਂਟ ਵਿੱਚ ਖਾਮੋਸ਼ੀ ਭਰੀ ਚੁੱਪ ਛਾਈ ਹੋਈ ਹੈ। ਇਹ ਇਮੀਗ੍ਰੇਸ਼ਨ ਵਾਲੇ ਕਹਿੰਦੇ ਨੇ ਕਿ ਹਿੰਦੁਸਤਾਨੀ ਗੰਦੇ ਮੰਦੇ ਨੇ। ਮੈਂ ਇਹਨਾਂ ਨੂੰ ਪੁੱਛਦਾ ਕਿ ਕਦੀ ਇਹਨਾਂ ਨੇ ਆਪਣੇ ਲੋਕਾਂ ਦੇ ਲੋਡਿੰਗ ਕੈਂਪਾਂ ਵਿੱਚ ਜਾ ਕੇ ਵੇਖਿਆ ਕਿ ਉਹ ਕਿਸ ਤਰ੍ਹਾਂ ਰਹਿੰਦੇ ਨੇ? ਸਾਥੀਓ, ਮੇਰੀ ਨਜ਼ਰ ਵਿੱਚ ਹਿੰਦੁਸਤਾਨੀ ਦੁਨੀਆ ਦੀਆਂ ਮਹਾਨ ਨਸਲਾਂ ਵਿੱਚੋਂ ਇੱਕ ਨੇ, ਸਰੀਰਕ ਤੌਰ ਤੇ ਵੀ ਤੇ ਮਾਨਸਿਕ ਤੌਰ ਤੇ ਵੀ। ਤੇ ਤੁਸੀਂ ਦੇਖਣਾ ਆਉਣ ਵਾਲੇ 30-40 ਸਾਲਾਂ ਵਿੱਚ ਹਿੰਦੁਸਤਾਨੀ ਕੈਨੇਡਾ ਦੇ ਵਿੱਚ ਡਾਕਟਰ ਵੀ ਹੋਣਗੇ, ਇੰਜੀਨੀਅਰ ਵੀ ਹੋਣਗੇ ਤੇ ਬੜੇ ਉੱਚੇ ਰੁਤਬਿਆਂ ਤੇ ਕਾਇਮ ਹੋਣਗੇ। ਸਾਥੀਓ, ਸ਼ਾਇਦ ਤੁਹਾਨੂੰ ਪਤਾ ਹੋਵੇ ਕਿ ਪਿਛਲੇ ਸਾਲ ਦਾ ਨੋਬਲ ਪੁਰਸਕਾਰ ਵੀ ਇੱਕ ਹਿੰਦੁਸਤਾਨੀ ਨੂੰ ਮਿਲਿਆ ਸੀ। ਦੋਸਤੋ, ਕਾਮਾਗਾਟਾ ਮਾਰੂ ਦੇ ਮੁਸਾਫਰ ਧੱਕੇ ਨਾਲ ਲੜ ਝਗੜ ਕੇ ਕੈਨੇਡਾ ਵਿੱਚ ਦਾਖਲ ਨਹੀਂ ਹੋਣਾ ਚਾਹੁੰਦੇ। ਉਹ ਚਾਹੁੰਦੇ ਨੇ ਕਿ ਉਹਨਾਂ ਦਾ ਕੇਸ ਕੋਰਟ ਵਿੱਚ ਚੱਲੇ। ਕੋਰਟ ਜੋ ਵੀ ਫੈਸਲਾ ਕਰੇਗੀ ਉਹਨਾਂ ਨੂੰ ਮਨਜ਼ੂਰ ਹੋਏਗਾ। ਪਰ ਇਹ ਗੋਰੇ ਡਰਦੇ ਨੇ ਕਿ ਕਿਤੇ ਫੈਸਲਾ ਕਾਮਾਗਾਟਾ ਮਾਰੂ ਦੇ ਹੱਕ ਵਿੱਚ ਨਾ ਹੋ ਜਾਏ। ਇਸੇ ਕਰਕੇ ਇਹ ਇਮੀਗ੍ਰੇਸ਼ਨ ਵਾਲਿਆਂ ਨੇ ਉਹ ਮੁਸਾਫਰਾਂ ਨੂੰ ਭੁੱਖੇ ਧਿਆਏ ਉਹਨਾਂ ਦੇ ਜਹਾਜ਼ ਵਿੱਚ ਹੀ ਕੈਦ ਕੀਤਾ ਹੋਇਆ। ਹੁਣ ਤੁਸੀਂ ਦੱਸੋ, ਅਸੀਂ ਕੈਨੇਡਾ ਵਿੱਚ ਰਹਿੰਦੇ ਹਾਂ ਜਾਂ ਜ਼ਾਰ
आजाद हाँ या गुलाम? गुलामी है गुलामी, गुलामी है गुलामी, असी गुलामी दी जोर हटाए, अपना मुल्क दे अपना होवे, क्यों वदेशा च धक्के खाए, गुलामी है गुलामी, गुलामी है गुलामी। हाँ चिट्ठी आई है सरदार जी। ਲਿਆਓ। ਜਸਟਿਸ ਮਰਫੀ ਦੀ ਅਦਾਲਤ ਜੋ ਹੈ ਆਪਣੇ ਕੇਸ ਬਾਰੇ, ਕੀ ਬਣਿਆ? ਕੇਸ ਰਿਜੈਕਟਡ। ਓਹੋ ਮਾਰੇ ਗਏ ਸ਼ਰਦਾ। ਜਸਟਿਸ ਮਰਫੀ ਤੋਂ ਵੀ ਇਨਸਾਫ ਨਹੀਂ ਮਿਲਿਆ। ਪਰ ਹੁਣ ਕੀ ਬਣੂ? ਵੇਖੋ ਕੀ ਬੰਦਾ ਹੈ ਹੁਣ। ਵਾਪਸ ਨਹੀਂ, ਇਹ ਤਾਂ ਬਹੁਤ ਔਖਾ ਹੋਏਗਾ। ਨਹੀਂ ਆਪਾਂ ਕਿਸੇ ਪਾਸੇ ਨਹੀਂ ਰਹੇ। ਨਹੀਂ ਨਹੀਂ ਦਲਜੀਤ ਸਿੰਘ ਅਜੇ ਵਾਪਸ ਨਹੀਂ, ਕੋਈ ਹੋਰ ਚਾਰਾ ਕਰਦੇ हैं। ਆਪ ਕਰੋ, ਕੁਝ ਹੋਰ ਕਰੋ, ਕਿਸੇ ਹੋਰ ਕੋਰਟ ਵਿੱਚ ਕਰੋ। ਕਾਸ਼ ਮੈਂ ਆਪਣੇ ਵਕੀਲ ਬਰਡ ਨੂੰ ਮਿਲ ਸਕਦਾ, ਉਹਦੇ ਨਾਲ ਸਲਾਹ ਮਸ਼ਵਰਾ ਕਰ ਸਕਦਾ। ਮੈਂ ਤਾਂ ਕੋਰਟ ਤੇ ਵੀ ਨਹੀਂ ਜਾ ਸਕਦਾ। ਕੀ ਕਰਾਂ ਇੱਥੇ ਮੈਂ ਬੈਠਾ ਬੈਠਾ। ਪਰ ਇੱਕ ਗੱਲ ਜੀ, ਆਪਣਾ ਵਕੀਲ ਆਪਣੇ ਲਈ ਫਿਰ ਵੀ ਬਹੁਤ ਕੁਝ ਕਰੀ ਜਾਂਦੇ ਆ। ਬਿਲਕੁਲ। ਕਹਿੰਦੇ ਹੋ ਨਾ ਤੂੰ ਬੜਾ ਬੋਲਦੀ ਆ ਨਾ, ਮੈਂ ਬੋਲਾਂ ਕਿਦਾਂ ਨਾ? ਆ ਸਾਡਾ ਕੋਈ ਹਾਲ ਹੈ ਨਾ, ਸਾਨੂੰ ਕੋਈ ਮਿਲਿਆ ਇਨਸਾਫ? ਇਹ ਭਰਾਵੋ, ਜਿੰਨਾ ਕੋ ਇੱਕ ਘੁੱਟ ਪਾਣੀ ਦੀ ਨਹੀਂ ਸਰਦੀ, ਇੱਕ ਟੁੱਕ ਰੋਟੀ ਦੀ ਫੁਰਕੀ ਨਹੀਂ ਸਰਦੀ, ਉਹ ਤਾਂ ਇਨਸਾਫ ਕਿਉਂ ਦੇਣਗੇ? ਬਈ ਦਿਲਾਂ 'ਚ ਇਨਸਾਫ ਹੋਵੇ ਤਾਂ ਹੀ ਦੇਣਗੇ ਨਾ। ਹੁਣ ਜੇ ਅੰਗਰੇਜ਼ ਕਹਿਣਗੇ ਹਮ ਸਾਰੀ ਦੁਨੀਆ ਤੋਂ ਉੱਚੇ ਇਨਸਾਨ ਹੈ, ਆ ਵੇਖ ਲੋ ਕਿੰਨਾ ਉੱਚੇ ਇਨਸਾਨਾਂ ਦਾ ਹਾਲ। ਆ ਵੇਖ ਲੋ, ਤੁਸੀਂ ਕਹਿੰਦੇ ਮੈਂ ਬੋਲਦੀ ਆ, ਮੈਂ ਤੇ ਉੱਚੀ ਉੱਚੀ ਬੋਲੂੰਗੀ, ਸਾਰੀ ਦੁਨੀਆ ਨੂੰ ਸੁਣਾਉਂਗੀ। ਆ ਵੇਖ ਲੋ ਦੁਨੀਆ ਵਾਲਿਓ, ਅੱਖਾਂ ਖੋਲ ਕੇ ਵੇਖ ਲੋ, ਫੇਰ ਨਾ ਆਖਿਓ ਦੱਸਿਆ ਨਹੀਂ। ਆ ਵੇਖੋ ਅੰਗਰੇਜ਼ਾਂ ਦਾ ਇਨਸਾਫ, ਆ ਵੇਖੋ ਮੇਰੇ ਬੱਚੇ ਦਾ ਭੁੱਖ ਨਾਲ ਹਾਲ। ਉਹ ਇੱਕ ਤਾਰ ਆਈ ਹੈ ਹੋਰ। ਹਾਂ ਵਿਕਟੋਰੀਆ ਕੋਰਟ ਤੋਂ ਹੈ ਆਪਣੇ ਕੇਸ ਬਾਰੇ। ਕੀ ਫੈਸਲਾ ਹੋਇਆ? ਅਪੀਲ ਰਿਜੈਕਟਡ। ਅਪੀਲ ਰਿਜੈਕਟਡ? ਹਾਂ ਅਪੀਲ ਰਿਜੈਕਟਡ। ਬਸ ਕਹਾਣੀ ਖਤਮ। ਕਹਾਣੀ ਖਤਮ ਤੇ ਇਨਸਾਫ? ਇਨਸਾਫ ਵੀ ਖਤਮ, ਦੁਨੀਆ ਤੋਂ ਇਨਸਾਫ ਖਤਮ, ਕੁਛ ਨਹੀਂ ਬਚਿਆ ਹੁਣ। ਪਰ ਦਲਜੀਤ ਸਿੰਘ, ਇਹਦੇ ਵਿੱਚ ਆਪਣੇ ਵਕੀਲ ਨੇ ਕੈਨੇਡਾ ਦੇ ਗ੍ਰਹਿ ਮੰਤਰੀ ਬਾਰੇ ਵੀ ਲਿਖਿਆ ਹੈ। ਅੱਛਾ, ਕੀ ਲਿਖਿਆ ਉਸ ਬਾਰੇ? ਉਸਨੇ ਲਿਖਿਆ ਹੈ ਜੇ ਕੈਨੇਡਾ ਦਾ ਗ੍ਰਹਿ ਮੰਤਰੀ ਚਾਹੇ ਤੇ ਸਾਨੂੰ ਕੈਨੇਡਾ ਵਿੱਚ ਰਹਿਣ ਦੀ ਇਜਾਜ਼ਤ ਦੇ ਸਕਦਾ ਹੈ, ਸਾਨੂੰ ਅਲਬਰਟਾ ਵਿੱਚ ਜਗ੍ਹਾ ਦੇ ਸਕਦਾ ਵਾ ਖੇਤੀਬਾੜੀ ਕਰਨ ਲਈ। ਇਹ ਤਾਂ ਉਸ ਕੋਲ ਜ਼ਰੂਰ ਅਪੀਲ ਕਰਨੀ ਚਾਹੀਦੀ ਹੈ। ਸਾਰੇ ਮੁਸਾਫਰ ਫਾਰਮਰ ਨੇ, ਹੋ ਸਕਦਾ ਹੈ। ਹਾਂ ਮੇਰੇ ਵੀ ਇਹੋ ਰਾਏ ਆ ਕਿ ਅਸੀਂ ਸਾਰੇ ਮੁਸਾਫਰਾਂ ਵੱਲੋਂ ਇੱਕ ਚਿੱਠੀ ਭੇਜੀਏ, ਉਹਦੇ ਵਿੱਚ ਉਹਨੂੰ ਅਪੀਲ ਕਰੀਏ ਕਿ ਸਾਨੂੰ ਕੈਨੇਡਾ ਵਿੱਚ ਕਿਸੇ ਵੀ ਥਾਂ ਤੇ ਰਹਿਣ ਦੀ ਇਜਾਜ਼ਤ ਦਿੱਤੀ ਜਾਵੇ। ਅਸੀਂ ਸਖਤ ਮਿਹਨਤ ਨਾਲ ਆਪਣੀ ਬੇਆਬਾਦ ਪਈ ਜ਼ਮੀਨ ਨੂੰ ਵੀ ਜ਼ਰਖੇਜ਼ ਕਰ ਦਾਂਗੇ। ਬਸ ਇੱਕ ਵਾਰ ਸਾਨੂੰ ਉੱਥੇ ਰਹਿਣ ਦੀ ਇਜਾਜ਼ਤ ਦੇ ਦਿਓ। ਇਹ ਤਾਂ ਉਸ ਕੋਲ ਜ਼ਰੂਰ ਅਪੀਲ ਕਰਨੀ ਚਾਹੀਦੀ ਹੈ। ਹੋ ਸਕਦਾ ਉਹ ਸਾਨੂੰ ਰਹਿਣ ਦੀ ਇਜਾਜ਼ਤ ਦੇ ਦੇਵੇ। ਹਾਂ ਬਿਲਕੁਲ ਕਰਨੀ ਚਾਹੀਦੀ ਹੈ। ਕੀ ਪਤਾ ਉਹਦੇ ਮਨ 'ਚ ਕਿਤੇ ਰਹਿਮ ਪੈ ਜੇ। ਨਾਲੇ ਸਾਰੇ ਆਦਮੀ ਇੱਕੋ ਜਿਹੇ ਤੇ ਨਹੀਂ ਨਾ ਹੁੰਦੇ। ਲੋ ਹੋਰ ਸੁਣ ਲੋ, ਹੁਣ ਕਹਿੰਦੇ ਨੇ ਤੁਰ ਜੋ ਇੱਥੋਂ ਜਿੱਥੋਂ ਆਏ ਜੇ। ਹਾਏ ਹਾਏ, ਅੱਗੇ ਤੇ ਮਸਾ ਭੁੱਖੇ ਤੇ ਟਿਕਾਣੇ ਲੱਗੇ ਸਾਂ, 2 ਮਹੀਨੇ ਦਾਣੇ ਦਾਣੇ ਨੂੰ ਤਸਦੇ ਰਹੇ ਆ। ਹੁਣ ਕਹਿੰਦੇ ਜਾਓ ਤੁਰ ਜੋ ਇੱਥੋਂ, ਸਾਡਾ ਮੁਲਕ ਨਾ ਗੰਦਾ ਕਰੋ। ਇੰਨੀ ਬੇਇੱਜ਼ਤੀ, ਇੰਨਾ ਜ਼ੁਲਮ, ਨਾ ਪਤਾ ਹੁੰਦਾ ਤਾਂ ਕੱਲ ਹੋਣਾ ਸੀ ਘਰੋਂ ਬਾਹਰ ਹੋਣ ਹੈ। ਹੁਣ ਕਹਿੰਦੇ ਤੁਹਾਡੇ ਲਈ ਇੱਥੇ ਕੋਈ ਜ਼ਮੀਨ ਨਹੀਂ ਹੈਗੀ। ਹੁਣ ਸਾਡੇ ਭਲਾ ਸ਼ਾਮ ਉੱਠ ਦੀ ਹਿੰਮਤ ਰਹਿ ਗਈ ਹੈ। ਰਾਹ 'ਚ ਹੀ ਰਹਿ ਜਾਂਦੇ ਭੁੱਖੇ ਤੇ ਆਏ, ਇੰਨਾ ਮਗਰ ਮੱਛਾਂ ਜੋਗੇ। ਵੇ ਲੋਕੋ, ਮੇਰੇ ਸੁੱਕੇ ਬੁੱਲਾਂ ਵੱਲ ਨਾ ਸਹੀ, ਆ ਮੇਰੇ ਲਾਲ ਦੇ ਖੁਸ਼ਕ ਦੇ ਪਾਟੇ ਹੋਏ ਬੁੱਲਾਂ ਵੱਲ ਤੇ ਵੇਖੋ। ਇਹਨਾਂ ਲੋਕਾਂ ਕੋਲ ਤੇ ਇਹਦੇ ਜੋਗੀ ਵੀ ਰੋਟੀ ਦੀ ਫੁਰਤੀ ਹੈ ਨਹੀਂ। ਹੁਣ ਕਹਿੰਦੇ ਇਹਨੂੰ ਐ ਵਾਪਸ ਲੈ ਕੇ ਤੁਰ ਜਾ। ਨਾ ਮੇਰਿਆ, ਫਿਰ ਕੋ ਤੇ ਲੈ ਦੇ ਕੇ ਹੋ ਕੁਝ ਹੀ ਰਹਿ ਗਿਆ ਏ। ਜੇ ਇਹਨੂੰ ਵੀ ਕੁਝ ਹੋ ਗਿਆ ਤੇ ਕੀ ਰਹਿ ਜੂ ਮੇਰਾ, ਕੀ ਰਹਿ ਜੂ ਮੇਰਾ। ਆ ਤਾਰ ਦਾ ਜਵਾਬ ਆਇਆ ਗ੍ਰਹਿ ਮੰਤਰੀ। ਇੰਨੀ ਛੇਤੀ? ਕੀ ਬਣਿਆ? ਅਪੀਲ ਰਿਜੈਕਟਡ। ਇਸ ਵਾਰੀ ਹਾਂ। ਇਸ ਵਾਰੀ ਵੀ ਅਪੀਲ ਰਿਜੈਕਟਡ। ਇਹ ਮੁਲਕ ਸਾਡੇ ਵਾਸਤੇ ਨਹੀਂ ਹੈ, ਇਹ ਮੁਲਕ ਗੋਲੀ ਕੌਮ ਵਾਸਤੇ ਹੈ। ਪਰ
ਪਰ ਆਪਾਂ ਵੀ ਤਾਂ ਬ੍ਰਿਟਿਸ਼ ਨਾਗਰਿਕ ਆ। ਘਟੀਆ ਬ੍ਰਿਟਿਸ਼ ਨਾਗਰਿਕ ਦੱਸਿਆ ਨਹੀਂ ਕੈਨੇਡਾ ਦੀ ਸਰਕਾਰ ਨੇ ਕਿ ਅਸੀਂ ਘਟੀਆ ਬ੍ਰਿਟਿਸ਼ ਨਾਗਰਿਕ ਆ। ਅੰਗਰੇਜ਼ੀ ਸਾਮਰਾਜ ਨੇ ਸਾਡੇ ਮੂੰਹ ਤੇ ਥੁੱਕਿਆ। ਇਹਨਾਂ ਨੇ ਹਿੰਦੁਸਤਾਨੀ ਕੌਮ ਦੀ ਬੇਇੱਜ਼ਤੀ ਕੀਤੀ ਹੈ, ਸਾਡੀ ਬੇਇੱਜ਼ਤੀ ਕੀਤੀ ਹੈ। ਇਹ ਬਰਾਬਰਤਾ ਕਰਨਾ ਬਹੁਤ ਮੁਸ਼ਕਲ ਹੈ। नहीं पता ਤੁਹਾਨੂੰ ਰਾਸ਼ਨ ਨਹੀਂ ਦਿੱਤਾ ਜਾ ਰਿਹਾ ਤਾਂ ਫੈਸਲਾ ਹੋ ਚੁੱਕਾ ਹੈ। ਤੁਹਾਨੂੰ ਪਤਾ ਹੈ ਜਹਾਜ਼ ਵਿੱਚ ਇੱਕ ਦਿਨ ਦਾ ਵੀ ਰਾਸ਼ਨ ਨਹੀਂ ਤੇ ਸਫ਼ਰ ਵਿੱਚ ਘੱਟੋ ਘੱਟ 1.5 ਮਹੀਨਾ ਲੱਗਣਾ ਹੈ। ਯਕੀਨਨ ਸਾਰੇ ਮੁਸਾਫਰ ਰਾਹ ਵਿੱਚ ਹੀ ਭੁੱਖੇ ਤੇ ਮਰ ਜਾਣਗੇ। ਮਰ ਜਾਣ ਬਸ ਮੇਰਾ ਹੁਕਮ ਹੈ ਕਿ ਤੁਸੀਂ ਕੱਲ ਸਵੇਰੇ ਇੱਥੋਂ ਰਵਾਨਾ ਹੋਣਾ ਹੈ, ਸਮਝ ਗਏ? ਤੇ ਫਿਰ ਸਾਡਾ ਵੀ ਫੈਸਲਾ ਸੁਣ ਲਓ, ਬਿਨਾਂ ਰਾਸ਼ਨ ਦੇ ਅਸੀਂ ਇੱਥੋਂ ਨਹੀਂ ਤੁਰਾਂਗੇ। ਤੁਹਾਡੇ 'ਚ ਇੰਨੀ ਹਿੰਮਤ ਹੈ? ਹਾਂ, ਸਾਨੂੰ ਆਪਣੀ ਹਿੰਮਤ ਦਾ ਪਤਾ ਹੈ। ਦੇਖੋ ਅਗਰ ਤੁਸੀਂ ਇੱਥੋਂ ਕੱਲ ਸਵੇਰ ਤੱਕ ਰਵਾਨਾ ਨਾ ਹੋਏ ਤਾਂ ਤੁਹਾਨੂੰ ਜ਼ਬਰਦਸਤੀ ਤੋਂ ਕੱਢਿਆ ਜਾਏਗਾ। ਨਾ ਜ਼ਬਰਦਸਤੀ ਕਿਸ ਤਰ੍ਹਾਂ? ਜਹਾਜ਼ ਨੂੰ ਧੱਕਾ ਲਾ ਕੇ 500 ਪੁਲਿਸ ਵਾਲੇ ਇਸ ਕੰਮ ਲਈ ਤੈਨਾਤ ਕੀਤੇ ਗਏ ਨੇ, ਸਮਝੇ ਹੋ? ਇਹ ਹੁਕਮ ਕਿਹਨੇ ਦਿੱਤਾ ਹੈ? ਮਿਸਟਰ ਰੀਡ ਨੇ, ਦੂਸਰੇ ਦੇ ਮੇਅਰ ਨੇ। ਤਾਂ ਮੈਂ ਤੁਹਾਨੂੰ ਸਾਰੀ ਗੱਲ ਸਾਫ਼ ਦੱਸਣਾ ਹੈ। ਮਿਸਟਰ ਹੌਕਿੰਸਨ, ਤੇਰੇ ਸਾਫ਼ ਦੱਸਣ ਜਾਂ ਨਾ ਦੱਸਣ ਦਾ ਹੁਣ ਕੋਈ ਫਰਕ ਨਹੀਂ ਪੈਣਾ। ਬਿਹਤਰ ਹੈ ਤੂੰ ਸਾਡੀ ਗੱਲ ਮਿਸਟਰ ਰੀਡ ਨੂੰ ਜਾ ਕੇ ਸਾਫ਼ ਦੱਸ। ਜਾ ਸਕਦਾ ਹੈ ਤੁਹਾਨੂੰ ਇਸ ਬਾਰੇ ਜਲਦੀ ਪਤਾ ਲੱਗ ਜਾਏਗਾ। ਗੱਲ ਸੁਣ ਵੇ ਮੇਰੀ, ਅੱਧੀ ਰਾਤ ਹੋ ਗਈ ਹੈ, ਕਾਜਾ ਭੁੱਖ ਨਾਲ ਉੱਠਾ ਹੀ ਜਾਂਦਾ ਹੈ। ਤੂੰ ਤੋਂ ਜਦੋਂ ਵੀ ਆਉਣਾ ਹੈ ਆ ਸਾਡੇ ਜਾ ਕੇ ਰੋਹ ਪਾ ਕੇ ਚਲਾ ਜਾਣਾ ਹੈ। ਇੱਥੋਂ ਛੇਤੀ ਕਿਉਂ ਨਹੀਂ ਤੁਰਦੇ? ਇੱਥੋਂ ਛੇਤੀ ਕਿਉਂ ਨਹੀਂ ਨਿਕਲਦੇ? ਵੇ ਐਡਾ ਜ਼ੁਲਮ, ਐਡਾ ਇਨਸਾਫ, ਦੱਸ ਮੈਨੂੰ ਇਹ ਵੀ ਜਲਾਲ ਵੀ ਤਸੀਹੇ ਦੇ ਲਗਾ ਕੰਬਦਾ ਹੈ। ਤੈਨੂੰ ਮੈਂ ਇੱਕ ਗੱਲ ਪੁੱਛਦੀ ਹਾਂ ਵੀ ਜੇ ਕੋਈ ਤੇਰੇ ਨਿਆਣਿਆਂ ਨੂੰ ਇਹ ਭੁੱਖੜ ਭਾਲਿਆਂ ਨੂੰ ਜਹਾਜ਼ ਤੇ ਲੱਦ ਕੇ ਸਮੁੰਦਰ 'ਚ ਧੱਕਾ ਦੇ ਦੇ ਤੇ ਕੀ ਵੀ ਤੂੰ ਤੇਰੇ ਤੇ ਇਹ ਤੇਰਾ ਦਿਲ ਤੜਫੂ ਕਿ ਨਾ ਤੜਫੂ? ਇਹ ਤੇਰਾ ਜੀ ਡੁੱਬੂ ਕਿ ਨਾ ਡੁੱਬੂ? ਇਹ ਭਰਾਓ ਮੇਰੀ ਸੁਣੋ ਗੱਲ, ਵੇ ਤੁਸੀਂ ਤੇ ਐਵੇਂ ਲੱਗੇ ਜੁੱਤੀਆਂ ਖਾਈ ਜਾਂਦੇ ਜੇ, ਐਵੇਂ ਸਬਰ ਕਰੀ ਬੈਠੇ ਜੇ। ਸਬਰ ਦੀ ਕੋਈ ਹੱਦ ਹੁੰਦੀ ਆ। ਮੈਂ ਤੇ ਕਹਿੰਦੀ ਆ ਇਤਨਾ ਜਵਾਬ ਪੱਥਰ ਨਾ ਦਿਓ, ਫੜ ਲਓ ਇਹਨੂੰ। ਲੱਤਾਂ ਦੇ ਪੁੱਤਰੀ ਕਦੀ ਗੱਲਾਂ ਮਾਰਦੇ ਨਾ ਮੰਨਦੇ ਆ। ਇਹ ਗੱਲ ਸੁਣ ਮੇਰੀ, ਜਾ ਕੇ ਆਪਣੇ ਅਫਸਰਾਂ ਨੂੰ ਕਹਿ ਦੇ, ਵੱਡਿਆਂ ਨੂੰ, ਸਾਡੇ ਅੰਦਰਲਾ ਗੁਲਾਮ ਹੁਣ ਮਾਰ ਮਿਟ ਗਿਆ ਈ। ਅਸੀਂ ਵੀਰੇ ਤਰਲੇ ਮਿੰਤਾਂ ਕਰਨ ਵਾਲੇ ਨਹੀਂ ਰਹਿ ਗਏ। ਸਾਡੇ 'ਚ ਵੀ ਜੋਸ਼ ਆ, ਸਾਡੇ 'ਚ ਵੀ ਹਿੰਮਤ ਆ। ਜੇ ਅਸੀਂ ਆਪਣੀ ਅੱਜ ਤੇ ਆ ਗਏ ਨਾ ਤੇ ਮਰ ਮਿਟ ਜਾਵਾਂਗੇ, ਅੱਗ ਮਚਾ ਦੇਵਾਂਗੇ। ਜਲਦ ਜਾ ਇੱਥੋਂ। ਜੇ ਹੁਣ ਤੂੰ ਆ ਕੇ ਸਾਡੇ ਤੇ ਰੋਕ ਪਾਇਆ ਨਾ, ਜਾ ਸਾਡੇ ਜਹਾਜ਼ 'ਚ ਪੈਰ ਵੀ ਰੱਖਿਆ ਤੇ ਸਮੁੰਦਰ 'ਚ ਧੱਕਾ ਤੈਨੂੰ ਮੈਂ ਦੇਵਾਂਗੀ। ਜਲਦ ਜਾ ਇੱਥੋਂ। ਯਾਦ ਰੱਖਿਓ, ਭੁੱਲਿਓ ਨਾ ਜੋ ਸਾਡੇ ਨਾਲ ਇੱਥੇ ਬੀਤੀ ਹੈ। ਜਿਵੇਂ ਸਾਨੂੰ ਧੱਕਾਇਆ ਗਏ ਅਸੀਂ ਭੁੱਲਾਂਗੇ ਨਹੀਂ। ਤੁਸੀਂ ਵੀ ਨਾ ਭੁੱਲਿਓ, ਇਤਿਹਾਸ ਯਾਦ ਰੱਖੇਗਾ। ਅਸੀਂ ਭੁੱਲਾਂਗੇ ਨਹੀਂ। ਇਹ ਗਿਆਨੀ ਜੀ, ਇਹ ਤਾਂ ਉਹੀ ਗੱਲ ਹੋਈ ਹੈ। ਕੀ ਗੱਲ ਹੋਈ ਰਣਜੀਤ ਸਿੰਘ? ਆ ਕਿੰਨੇ ਸਾਰੇ ਪੁਲਿਸ ਵਾਲੇ ਆ ਗਏ ਆਪਣੇ ਤੇ ਹਮਲਾ ਕਰ, ਵੱਡੀ ਫੌਜ ਵਿੱਚ ਸਵਾਰ ਹੋ ਕੇ। ਇੰਨੇ ਲੱਗਦੀ ਆ ਗਿਣਤੀ ਵਿੱਚ। ਉਹ ਤੈਨੂੰ ਕਿਵੇਂ ਪਤਾ ਲੱਗਾ? ਉਹ ਉਹਨਾਂ ਨੇ ਤਾਂ ਕੋਟ ਜਹਾਜ਼ ਦੇ ਨਾਲ ਲਾ ਲਿਆ ਤੇ ਰੱਸਾ ਬੰਨ੍ਹਿਆ ਉੱਪਰ ਆਉਣੀ। ਇਸ ਤਰ੍ਹਾਂ ਤੋਂ ਉੱਪਰ ਆ ਕੇ ਜਹਾਜ਼ ਦੇ ਟੱਕਰ ਕੋ ਜਹਾਜ਼ ਹੀ ਚਲਵਾ ਲਾਂਗੇ। ਹੁਣ ਕੀ ਕਰੀਏ? ਮੁਸਾਫਰ ਬਹੁਤ ਭੜਕੇ ਹੋਏ ਆ। ਤੂੰ ਮੁਸਾਫਰਾਂ ਨੂੰ ਸ਼ਾਂਤ ਰਹਿਣ ਦੀ ਕੋਸ਼ਿਸ਼ ਕਰ। ਓਏ ਸ਼ਾਂਤ, ਉਹਦਾ ਚਾਕੂ ਲੈ ਕੇ ਰੱਸਾ ਵੱਢਣ ਲਈ ਤਿਆਰ ਨੇ। ਤੈਨੂੰ ਇਹਨਾਂ ਲੱਗਦਾ ਇਸ ਤਰ੍ਹਾਂ ਦਾ ਕੋਈ ਕੰਮ ਨਾ ਕਰ। ਹੁਣ ਕੀ ਕਰੀਏ? ਉਹ ਗੋਲੀਆਂ ਚਲਾਉਣ ਲੱਗ ਪਏ ਨੇ। ਗੋਲੀ ਚਲਾਉਣ। ਉਹ ਤੁਹਾਨੂੰ ਮਾਰਨਾ ਚਾਹੁੰਦੇ ਆ, ਤੁਸੀਂ ਉੱਪਰ ਨਾ ਆਇਓ। ਮੈਨੂੰ ਕਿਉਂ ਫੜਨਾ ਚਾਹੁੰਦੇ ਨੇ? ਕਿਸੇ ਤੇ ਗੋਲੀ ਨਹੀਂ ਲੱਗੀ। ਨਹੀਂ ਥੱਲੇ ਜਹਾਜ਼ ਤੇ ਗੋਲੀ ਲੱਗਣਾ ਤਾਂ ਮੁਸ਼ਕਿਲ ਹੈ, ਪਰ ਹੁਣ ਕਰੀਏ ਕੀ? ਕੋਈ ਗੱਲ ਨਹੀਂ, ਘਬਰਾਉਣ ਦੀ ਕੋਈ ਲੋੜ ਨਹੀਂ ਹੈ ਸਾਥੀਓ। ਗਰਮ ਕੋਲੇ ਫੜੋ, ਗੋ ਲੱਕੜ ਜੋ ਕੋਈ ਵੀ ਹੱਥ ਜਾਂਦਾ ਇਹਨਾਂ ਦਾ ਸੁੱਟੋ, ਹਮਲਾ ਕਰੋ। घबराया क्यों? जनाब जो अंदर जहाज वैनकुवर पूछा मेरे ते रात की नींद हराम हो चुकी है। जनाब उन्होंने साडे ते कोले सुट के साडी जान काम कर दी है। ते डर लगता है कि तुम्हारी हार ना हो जाए। हॉपकिंसन और हार कोई चोटमेल नहीं है। जनाब पता नहीं क्यों मेरे अंदर डर घर कर चुका है। हाँ, जब मुसाफिर उतर आए हिंदियां की चढ़ मचनी है, उन्हें मेरा जीना हराम कर देना है। तो फिक्र न कर बेला सिंह, मैं सारा बंदोबस्त किया है। जनाब मैं सब भेज कर चुका। जितना बड़ा ही चलाक बंदा है ताही ते हांगकांग सरकार तो राहदारियां समझण च कामयाब होया है। मेरा नाम ही हॉपकिंसन है। हॉपकिंसन पंजां दरियावां दा पानी पीता है ते तेरे पंजाब दा भी। गुरदेव सिंह तिन्हां विचों कोई भी शर्त पूरी नहीं करता। जनाब ਤੁਹਾਡਾ ਆਵਾਜ਼ ਭੋਲੇ ਭਾਲੇ ਪੰਜਾਬੀ ਨਾਲ ਪਿਆ ਹੈ। ਗੁਰਦਿੱਤੇ ਵਰਗਾ ਚਲਾਕ ਬੰਦਾ ਪਹਿਲੀ ਵਾਰੀ ਟੱਕਰਿਆ ਹੈ। पर तेनू शायद अंदरूनी भेद की खबर नहीं है। इत्थों दे मेयर, प्राइम मिनिस्टर, गवर्नर सब मेरी पेट ते हैं।
ਨਾਲੇ ਮਿਸਟਰ ਰੀਡ ਮੇਰੇ ਨਾਲ ਇਸ ਸਖਤ ਰੇਸ ਮਾਰਦੇ। ਜਨਾਬ ਮੇਰੀ ਵਾਈਫ ਦੱਸਦੀ ਹੈ ਮੈਂ ਰਾਤੀ ਸੁਪਨੇ 'ਚ ਬੜਬੜਾਹਟ था ਜਨਾਬ ਤੁਹਾਡੀ ਦੋਸਤੀ ਪਿੱਛੇ ਮੈਂ ਸਾਰੇ ਹਿੰਦੁਸਤਾਨੀ ਨੂੰ ਆਪਣਾ ਦੁਸ਼ਮਣ ਬਣਾ ਲਿਆ ਹੈ। ਜਨਾਬ ਉਹ ਮੈਨੂੰ ਸਰਕਾਰੀ ਕੁੱਤਾ ਤੇ ਕਾਲੀ ਭੇਡ ਸਾਦੇ ਨੇ। ਔਰ ਨੋ ਬੇਲਾ ਸਿੰਘ ਤੂੰ ਕਾਲੀ ਭੇਡ ਨਹੀਂ ਬ੍ਰਾਊਨ ਸ਼ੇਰ ਹੈ ਬ੍ਰਾਊਨ ਸ਼ੇਰ। ਜਨਾਬ ਉਹ ਤੇ ਤੁਹਾਨੂੰ ਵੀ ਤਮੂਹੀ ਤੇ ਜ਼ਹਿਰੀਲਾ ਸੱਪ ਕਹਿੰਦੇ ਨੇ। ਕੋਈ ਗੱਲ ਨਹੀਂ ਹੈ ਇਹਨਾਂ ਨਾਲ ਮੈਂ ਆਪੇ ਸਿੱਝ ਲਵਾਂ। ਬਸ ਤੇ ਇੱਕ ਕੰਮ ਕਰਨਾ ਹੈ ਕਿ ਕਾਮਾਗਾਟਾ ਮਾਰੂ ਜਹਾਜ਼ ਦੇ ਵਿੱਚ ਕਿਸੇ ਵੀ ਹਾਲਤ 'ਚ ਰਾਸ਼ਨ ਨਹੀਂ ਪਹੁੰਚਣਾ ਚਾਹੀਦਾ ਸਮਝਿਆ। ਠੀਕ ਹੈ ਜਨਾਬ ਤੁਹਾਡਾ ਇੱਕ ਕਦਮ ਤੁਹਾਡਾ ਹਰ ਹੁਕਮ ਬਚਾ ਲਏਗਾ। ਮਿਸਟਰ ਹੌਪਕਿੰਸਨ ਅਸੀਂ ਹੋਰ ਤਰ੍ਹਾਂ ਬਰਦਾਸ਼ਤ ਨਹੀਂ ਕਰਾਂਗੇ। ਕੀ ਕਰੋਗੇ ਤੁਸੀਂ? ਜੇ ਤੂੰ ਜਹਾਜ਼ ਦਾ ਰਸਮ ਨਾ ਬਚਾਇਆ ਤਾਂ ਅਸੀਂ ਰਾਤੋਂ ਰਾਤ ਪੂਰਾ ਵੈਨਕੂਵਰ ਸ਼ਹਿਰ ਫੂਕ ਦੇਂਗੇ। ਨਹੀਂ 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 ਤੁਸੀਂ ਇਸ ਤਰ੍ਹਾਂ ਕੁਝ ਨਹੀਂ ਕਰੋਗੇ ਬਿਲਕੁਲ ਨਹੀਂ ਕਰੋਗੇ। ਬੇਸ਼ੱਕ ਅਸੀਂ ਅਕਲ ਆਉਂਦੇ ਹੱਕ ਵਿੱਚ ਨਹੀਂ ਹਾਂ ਪਰ ਜ਼ੁਲਮ ਦੀ ਕੋਈ ਹੱਦ ਹੁੰਦੀ ਹੈ। ਮੇਰੀ ਗੱਲ ਕੰਨ ਖੋਲ ਕੇ ਸੁਣ ਲਾ। ਜੇ ਤੂੰ ਜਹਾਜ਼ ਤੱਕ ਰਾਸ਼ਨ ਨਾ ਪਹੁੰਚਾਇਆ ਤਾਂ ਅਸੀਂ ਤੈਨੂੰ ਤੇ ਤੇਰੇ ਸਮਝੇ ਬੇਲਾ ਸਿੰਘ ਨੂੰ ਵੀ ਅੱਗ ਲਾ ਕੇ ਸੁਆਹ ਕਰ ਦੇਂਗੇ। ਨਹੀਂ 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 ਮੈਂ ਉਸ ਨੂੰ ਰੁਕੋ ਮੈਂ ਅੱਜ ਹੀ ਜਿੰਨੀ ਜਲਦੀ ਹੋ ਸਕਦਾ ਮੈਂ ਜਹਾਜ਼ 'ਚ ਵੱਧ ਤੋਂ ਵੱਧ ਰਾਸ਼ਨ ਪਹੁੰਚਾ ਦਿਆਂਗਾ। ਬੇਲਾ ਸਿੰਘ ਜਿੰਨੀ ਜਲਦੀ ਹੋ ਸਕਦਾ ਰਾਸ਼ਨ ਪਹੁੰਚਾ ਦਿਓ ਠੀਕ ਹੈ ਠੀਕ ਹੈ। कामागाटा मारू कामागाटा मारू कामागाटा मारू कामागाटा मारू। ਭਰਾਵੋ ਸਾਡੀ ਆਖਰੀ ਅਪੀਲ ਵੀ ਖਾਰਜ ਹੋ ਗਈ ਹੈ। ਹੁਕਮ ਮਿਲਿਆ ਹੈ ਕਿ ਜਹਾਜ਼ ਫੌਰਨ ਰਵਾਨਾ ਕਰ ਦੋ ਵਰਨਾ ਨੇ ਤੜਕ ਲਿਖ ਦਿਓ ਅਸੀਂ ਰਾਸ਼ਨ ਪਾਣੀ ਦੇ ਬਿਨਾ ਹਰਗਜ਼ ਨਹੀਂ ਹਿੱਲਾਂਗੇ। ਪਰ ਹਾਂਗਕਾਂਗ ਦੀ ਰਾਹਦਾਰੀ ਵੀ ਜ਼ਰੂਰੀ ਹੈ। ਰਾਹ 'ਚ ਕੁੱਤਿਆਂ ਦੀ ਮੌਤ ਮਰਨ ਨਾਲੋਂ ਤਾਂ ਇੱਥੇ ਸ਼ਹੀਦ ਹੋਣਾ ਕਿਤੇ ਬਿਹਤਰ। ਭਾਈ ਸਾਹਿਬ ਸਖਤ ਤੇ ਕਰੜਾ ਜਵਾਬ ਦਿਓ। ਕਰਾਰੇ ਹੱਥਾਂ ਮੇਰੀ ਕਦੀ ਢਿੱਲਾ ਨਹੀਂ ਪੈਂਦਾ। ਹਾਂ ਸਪਸ਼ਟ ਲਿਖ ਦਿਓ ਚਾਹੇ ਦੋਜ਼ਖ ਦਾ ਮੂੰਹ ਖੋਲ ਦੇ ਚਾਹੇ ਤੋਪਾਂ ਦਾ ਮੂੰਹ ਖੋਲ ਦੇ ਅਸੀਂ ਰਾਸ਼ਨ ਲੈ ਬਿਨਾ 1 ਇੰਚ ਵੀ ਪਿੱਛੇ ਨਹੀਂ ਹਟਾਂਗੇ। ਪਰ ਜੇ ਉਹਨਾਂ ਸਾਡਾ ਜਹਾਜ਼ ਤੋਪਾਂ ਨਾਲ ਉਡਾ ਦਿੱਤਾ ਤੇ ਸਾਡੀ ਮਿੱਥਿਆ ਦੱਸਣ ਵਾਲਾ ਕੋਈ ਵੀ ਨਹੀਂ ਰਹਿਣਾ। ਦੁਸ਼ਮਣ ਨੇ ਤਾਂ ਸੱਚ ਨੂੰ ਝੂਠ ਦਾ ਕਿੱਸਾ ਬਣਾ ਦੇਣਾ। ਪਰ ਬਾਬਾ ਜੀ ਅਸੀਂ ਤੁਹਾਡੇ ਪੁੱਤਰ ਭਗਵੰਤ ਸਿੰਘ ਨੂੰ ਬਚਾ ਲੈਨੇ ਤਾਂ ਜੋ ਕਾਮਾਗਾਟਾ ਮਾਰੂ ਦੀ ਗਾਥਾ ਦੁਨੀਆ ਨੂੰ ਸੁਣਾਈ ਜਾ ਸਕੇ। ਨਹੀਂ ਨਹੀਂ ਮੈਂ ਇਹ ਨਹੀਂ ਕਰ ਸਕਦਾ। ਤੁਸੀਂ ਸਾਰੇ ਮੇਰੇ ਪੁੱਤਰ ਹੋ। ਮੈਂ ਆਪਣੇ ਪੁੱਤਰ ਨੂੰ ਬਚਾ ਕੇ ਕਾਲਕ ਦਾ ਟਿੱਕਾ ਆਪਣੇ ਮੱਥੇ ਤੇ ਨਹੀਂ ਲਵਾ ਸਕਦਾ। ਯਾਦ ਕਰੋ ਚਮਕੌਰ ਦੀ ਗੜੀ ਦੇ ਘੇਰੇ ਸਮੇਂ ਗੁਰੂ ਸਾਹਿਬ ਨੇ ਵੱਡੇ ਸਾਹਿਬਜ਼ਾਦਿਆਂ ਨੂੰ ਆਪਣੇ ਹੱਥੋਂ ਆਪ ਭੇਜਿਆ ਸੀ। ਯਕੀਨ ਮੰਨੋ ਸਾਡੀ ਇਸ ਸ਼ਹਾਦਤ ਨਾਲ ਦੁਨੀਆ ਭਰ ਦੀ ਜ਼ਮੀਨ ਹਲੂਣੀ ਜਾਏ। ਦੇਸ਼ ਅੰਦਰ ਆਜ਼ਾਦੀ ਦੀ ਜੰਗ ਨੂੰ ਹਵਾ ਮਿਲੇਗੀ ਪਰ ਲੱਖਾਂ ਵਿਦੋਸ਼ਾਂ ਦੇ ਖੂਨ ਦਾ ਟਿੱਕਾ ਸਾਡੇ ਭਾਰਤ ਮਾਂ ਦੇ ਮੱਥੇ ਤੇ ਲਾਇਆ ਜਾਏਗਾ। ਯਕੀਨ ਮੰਨੋ ਸਾਡੀ ਇਸ ਕਰਤੂਤ ਨਾਲ ਇੱਕ ਕੋਈ ਹਿੰਦੁਸਤਾਨੀ ਕੈਨੇਡਾ ਜਾਂ ਅਮਰੀਕਾ ਵਿੱਚ ਜ਼ਿੰਦਾ ਨਹੀਂ ਬਚੇਗਾ। ਗਦਰ ਪਾਰਟੀ ਦੀ ਲਹਿਰ ਜੰਮਦਿਆਂ ਹੀ ਕੁਚਲ ਦਿੱਤੀ ਜਾਏਗੀ। ਸਤਿ ਸ਼੍ਰੀ ਅਕਾਲ ਭਰਾਓ। ਸਤਿ ਸ਼੍ਰੀ ਅਕਾਲ ਜੀ। ਦੋਸਤ ਆਪਣੀ ਜਾਣ ਪਛਾਣ ਆਪ ਹੀ ਕਰਵਾ ਦਿਓ। ਦੋਸਤੋ ਮੇਰਾ ਨਾਮ ਮੇਵਾ ਸਿੰਘ ਲੋਕੋਕੇ। ਮੇਵਾ ਸਿੰਘ ਲੋਕੋਕੇ ਅੱਛਾ ਇਹ ਨਹੀਂ ਮੇਵਾ ਸਿੰਘ ਲੋਕੋਕੇ। ਮੈਂ ਇੱਕ ਸੋਸ਼ਲ ਵਰਕਰ ਹਾਂ ਤੁਹਾਡਾ ਅੱਗਾ ਦਾ ਸੇਵਕ। ਭਰਾਵੋ ਮੈਂ ਤੁਹਾਡੇ ਲਈ ਖੁਸ਼ੀ ਦੀ ਖਬਰ ਲੈ ਕੇ ਆਇਆ ਹਾਂ ਕਿ ਕੈਨੇਡੀਅਨ ਸਰਕਾਰ ਝੁਕ ਗਈ ਹੈ। ਹੁਣ ਤੁਹਾਨੂੰ ਜਹਾਜ਼ ਦੇ ਵਿੱਚ ਹੀ ਪੂਰਾ ਰਾਸ਼ਨ ਪਾਣੀ ਮਿਲੇਗਾ। ਸਾਥੀਓ ਤੁਸੀਂ ਦੇਸ਼ ਦੀ ਆਜ਼ਾਦੀ ਦੀ ਜੰਗ ਦੇਸ਼ ਤੋਂ ਦੂਰ ਸਮੁੰਦਰ ਦੇ ਡੂੰਘੇ ਪਾਣੀਆਂ ਜਿੱਤੀ ਹੈ। ਤੁਸੀਂ ਅੰਗਰੇਜ਼ੀ ਰਾਜ ਦਾ ਸੂਰਜ ਸਮੁੰਦਰ ਦੇ ਵਿੱਚ ਡੋਬ ਦਿੱਤਾ ਹੈ। ਤੁਸੀਂ ਵਿਦੇਸ਼ਾਂ ਵਿੱਚ ਵਸਦੇ ਆਪਣੇ ਭਰਾਵਾਂ ਦੀਆਂ ਧੌਣਾਂ ਫਖਰ ਦੇ ਨਾਲ ਉੱਚੀਆਂ ਕਰ ਚੱਲੇ ਹੋ। ਸਾਥੀਓ ਅੱਜ 22 ਜੁਲਾਈ 1914 ਨੂੰ ਤੁਸੀਂ ਆਪਣੇ ਦੇਸ਼ ਵਾਪਸ ਪਰਤ ਰਹੇ ਹੋ। ਜਾਪਾਨ ਦੇ ਵਿੱਚ ਗਦਰ ਪਾਰਟੀ ਦੇ ਲੀਡਰ ਤੁਹਾਡੇ ਗਲਾਂ ਵਿੱਚ ਹਾਰ ਪਾਉਣ ਲਈ ਤੁਹਾਡੇ ਤੋਂ ਪਹਿਲਾਂ ਹੀ ਪਹੁੰਚ ਚੁੱਕੇ ਹਨ। ਦੋਸਤੋ ਸਾਰੇ ਰਸਤੇ ਆਜ਼ਾਦੀ ਦੇ ਤਰਾਨੇ ਗਾਉਂਦੇ ਜਾਓ। ਤੁਹਾਡਾ ਸਫ਼ਰ ਸੁਖਾਲਾ ਬੀਤੇਗਾ। ਵੰਦੇ ਮਾਤਰਮ ਵੰਦੇ ਮਾਤਰਮ ਵੰਦੇ ਮਾਤਰਮ ਵੰਦੇ ਮਾਤਰਮ। ਸਾਡੀ ਅੱਗੇ ਨੂੰ ਸਮੁੰਦਰਾਂ ਨੇ ਖਾ ਲਿਆ ਸਾਡੀ ਅੱਗੇ ਨੂੰ ਸਮੁੰਦਰਾਂ ਨੇ ਖਾ ਲਿਆ ਤੇ ਪਾਣੀ ਤੇ ਨਿਸ਼ਾਨ ਲੱਭੀਏ ਸਾਡੀ ਅੱਗੇ ਨੂੰ ਕੋਈ ਯਾਰ ਨਾ ਬੇਗਾਨਾ ਮੇਰੀ ਕੋਈ ਆਪਣਾ ਕੋਈ ਯਾਰ ਨਾ ਬੇਗਾਨਾ
ਅਸੀਂ ਕੈਨੇਡਾ ਸਰਕਾਰ ਤੋਂ ਜ਼ਲੀਲ ਹੋ ਕੇ ਭਾਵੇਂ ਇੱਥੇ ਕਿ ਜਾਪਾਨ ਦੇ ਸ਼ਹਿਰ ਯੋਕੋਹਾਮਾ ਪਹੁੰਚ ਗਏ ਹਾਂ, ਪਰ ਸਾਡੇ ਲਈ ਇੱਥੇ ਵੀ ਇੱਕ ਬੁਰੀ ਖਬਰ ਹੈ। ਹੈਂ? ਹੁਣ ਕੀ ਬੁਰੀ ਖਬਰ ਹੈ? ਸਾਡਾ ਜਹਾਜ਼ ਹਾਂਗਕਾਂਗ ਨਹੀਂ ਜਾ ਸਕੇਗਾ। ਪਰ ਕਿਉਂ ਨਹੀਂ ਜਾ ਸਕੇਗਾ? ਗੁਲਾਮਾਂ ਨੂੰ ਉਜਰ ਕਰਨ ਦਾ ਹੱਕ ਜੋ ਨਹੀਂ ਹੁੰਦਾ। ਇਹ ਫਰੰਗੀ ਨਾ ਸਾਨੂੰ ਹਰ ਹਾਲ ਵਿੱਚ ਵਾਰ ਕਰਕੇ ਤੁਲਿਆ ਹੋਇਆ ਹੈ। ਪਰ ਜੇ ਆਪਾਂ ਅੰਗਰੇਜ਼ੀ ਸਲਤਨਤ ਨੂੰ ਸਾਧ ਸਕਦੇ ਹਾਂ ਨਾ ਤਾਂ ਢਾਹ ਵੀ ਸਕਦੇ ਹਾਂ। ਸਾਡੀਆਂ ਸਭ ਮੁਸੀਬਤਾਂ ਦਾ ਕਾਰਨ ਇੱਕ ਗੁਲਾਮੀ ਹੈ, ਗੁਲਾਮੀ। ਆਪਣੇ ਦੇਸ਼ ਵਿੱਚੋਂ ਵੀ ਧੱਕੇ ਧੋੜੇ ਖਾ ਕੇ ਨਿਕਲੇ ਸਨ ਤੇ ਵਿਦੇਸ਼ਾਂ ਵਿੱਚ ਵੀ ਢੋਈ ਨਹੀਂ ਮਿਲੀ। ਚੁੱਪ ਕਰੋ ਭਰਾਵੋ, ਉਹ ਵੇਖੋ ਆਪਣੇ ਦਰਦੀ ਪਏ ਹੁੰਦੇ ਨੇ। ਆਓ ਤੁਹਾਨੂੰ ਮੈਂ ਮਿਲਾਵਾ ਅੱਜ ਕੁਰਬਾਨੀ ਦੇ ਉਸ ਮਹਾਨ ਪੁੰਜ ਨਾਲ ਜਿਨ੍ਹਾਂ ਨੇ ਸਾਰਾ ਆਪਣਾ ਜੀਵਨ ਦੇਸ਼ ਦੇ ਨਾਂ ਕੀਤਾ ਹੋਇਆ ਹੈ। ਇਹ ਨੇ ਸਰਦਾਰ ਸੋਹਣ ਸਿੰਘ ਭਕਨਾ, ਪ੍ਰਧਾਨ ਹਿੰਦੁਸਤਾਨ ਪਾਰਟੀ ਕੈਲੀਫੋਰਨੀਆ ਅਮਰੀਕਾ। ਸਰਦਾਰ ਸੋਹਣ ਸਿੰਘ ਭਕਨਾ ਜਿੰਦਾਬਾਦ, 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 ਸਰਦਾਰ ਸੋਹਣ ਸਿੰਘ ਭਕਨਾ ਜਿੰਦਾਬਾਦ। ਜੀ ਆਇਆਂ, ਜੀ ਆਇਆਂ। ਮੇਰੇ ਸਾਥੀਓ, ਤੁਸੀਂ ਬਹੁਤ ਭਾਰੀ ਕਾਰਨਾਮਾ ਕਰਕੇ ਮੁੜੇ ਹੋ। ਤੁਸੀਂ ਕੈਨੇਡਾ ਦੀ ਬ੍ਰਿਟਿਸ਼ ਸਰਕਾਰ ਦੇ ਨਾਲ ਟੱਕਰ ਲੈ ਕੇ ਮੁੜੇ ਹੋ, ਟੱਕਰ ਲੈ ਕੇ। ਰੂਹਾਨੀ ਤੌਰ ਤੇ ਅਸੀਂ ਵੀ ਜੁੱਝ ਤੁਹਾਡੇ ਨਾਲ ਸ਼ਰੀਕ ਹਾਂ। ਤੁਸੀਂ ਬ੍ਰਿਟਿਸ਼ ਪਰਜਾ ਦੇ ਹੋਣ ਦੇ ਨਾਤੇ ਕੈਨੇਡਾ ਦੀ ਧਰਤੀ ਤੇ ਉਤਰਨ ਦੇ ਪੂਰੇ ਹੱਕਦਾਰ ਹੋ, ਪਰ ਤੁਸੀਂ ਦੇਖਿਆ ਕਿ ਗੁਲਾਮਾਂ ਦੇ ਕੋਈ ਅਧਿਕਾਰ ਨਹੀਂ ਹੁੰਦੇ। ਇਹ ਸਾਰੀ ਲਾਹਨਤ ਤੁਸੀਂ ਆਪਣੇ ਪਿੰਡੇ ਤੇ ਜਾ ਕੇ ਦੇਖਿਆ। ਅਸੀਂ ਦੇਖਿਆ ਕਿ ਸਾਡੇ ਦੁੱਖਾਂ ਦਾ ਮੂਲ ਕਾਰਨ ਗੁਲਾਮੀ ਹੈ, ਗੁਲਾਮੀ। ਇਸ ਗੁਲਾਮੀ ਦੇ ਤੌਕ ਨੂੰ ਭਾਰਤ ਮਾਤਾ ਦੇ ਗਲੋਂ ਲਾਉਣ ਵਾਸਤੇ ਮੈਂ ਤੁਹਾਨੂੰ ਅਪੀਲ ਕਰਨ ਆਇਆ ਹਾਂ ਕਿ ਤੁਸੀਂ ਗਦਰ ਪਾਰਟੀ ਦੇ ਵਿੱਚ ਸ਼ਾਮਲ ਹੋ ਜਾਓ। ਸਾਡੀ ਗਦਰ ਪਾਰਟੀ ਦਾ ਵਿੱਚ ਬਹੁਤ ਨੌਜਵਾਨ ਜਿਹੜੇ ਬਹੁਤ ਜਲਦੀ ਦੇਸ਼ ਵਿੱਚ ਧਮਾਕਾ ਕਰਨ ਜਾ ਰਹੇ ਨੇ। ਮੈਂ ਤੁਹਾਡੇ ਵਾਸਤੇ ਕੋਈ ਸ਼ਸਤਰ ਵੀ ਲੈ ਕੇ ਆਇਆ। ਮੈਂ ਆਪਣੀ ਗਦਰ ਪਾਰਟੀ ਦਾ ਮੁੱਖ ਸੰਦੇਸ਼ ਆਪਣੀ ਟੁੱਟੀ ਫੁੱਟੀ ਕਵਿਤਾ ਰਾਹੀਂ ਤੁਹਾਨੂੰ ਦੇਣ ਲੱਗਾ। ਪੰਜਾਬ ਵਿੱਚ ਇਸ ਨੂੰ ਰੂੜ ਛੰਦ ਵੀ ਕਹਿੰਦੇ ਨੇ ਕਿ ਪੂਰੀ ਆਜ਼ਾਦੀ ਤੋੜ ਨਿਸ਼ਾਨਾ, ਥੱਲੇ ਕਿਸੇ ਨਹੀਂ ਰਹਿਣਾ, ਜਿੱਲਤ ਸਹਿਣਾ। ਪੂਰੀ ਆਜ਼ਾਦੀ ਤੋੜ ਨਿਸ਼ਾਨਾ, ਥੱਲੇ ਕਿਸੇ ਨਹੀਂ ਰਹਿਣਾ, ਜਿੱਲਤ ਸਹਿਣਾ। ਇਹ ਲੈਣਾ ਹੈ, ਇਹ ਲੈਣਾ ਹੈ ਖੂਨ ਡੋਲ ਕੇ, ਨਾਲ ਦੁਸ਼ਮਣਾ ਬਹਿਣਾ, ਸਭ ਕੁਝ ਕਹਿਣਾ। ਗਦਰ ਪਾਰਟੀ ਦਾ ਗੁਰਮੰਤਰ ਹੈ, ਗਦਰ ਪਾਰਟੀ ਦਾ ਗੁਰਮੰਤਰ ਹੈ ਕਿ ਕੋਲ ਜ਼ਰੂਰੀ ਡਹਿਣਾ, ਢਾਉਣਾ ਤੇ ਟਹਿਣਾ। ਉਧਰ ਦੇਖੋ ਜਿਹਦੀ ਜਾਗਦੀ ਕਵਿਤਾ ਤੁਰੀ ਆ ਰਹੀ ਤੇ ਕੌਣ ਹੈ ਨੌਜਵਾਨ? ਇਹ ਨੇ ਭਗਤੀ ਜਵਾਨੀ, ਬਲਦਾਨੀ ਦੇ ਪੁੰਜ, ਸਾਡੇ ਭਗਦੇ ਹੋਏ ਨੌਜਵਾਨ ਕਰਤਾਰ ਸਿੰਘ ਸਰਾਭਾ। ਕਰਤਾਰ ਸਿੰਘ ਸਰਾਭਾ ਜਿੰਦਾਬਾਦ, 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 ਕਰਤਾਰ ਸਿੰਘ ਸਰਾਭਾ ਜਿੰਦਾਬਾਦ। ਦੇਸ਼ ਵਾਸੀਓ, ਤੁਸੀਂ ਬੜੇ ਹੀ ਮੁਰਝਾਏ ਹੋਏ ਦਿਸ ਰਹੇ ਹੋ। ਮੈਂ ਤਾਂ ਤੁਹਾਨੂੰ ਉਚੇਚੇ ਤੌਰ ਤੇ ਪ੍ਰਣਾਮ ਕਰਨ ਤੇ ਤੁਹਾਡੇ ਤੋਂ ਪ੍ਰੇਰਨਾ ਲੈਣ ਲਈ ਆਇਆ। ਕੀ ਹੋਇਆ? ਕੀ ਹੋਇਆ ਜੇ ਤੁਹਾਨੂੰ ਕੈਨੇਡਾ ਦੀ ਧਰਤੀ ਤੇ ਨਹੀਂ ਉਤਰਨ ਦਿੱਤਾ ਗਿਆ? ਪਰ ਤੁਸੀਂ ਦੁਨੀਆ ਦੀ ਨਜ਼ਰ 'ਚ ਇੱਕ ਭਾਰੀ ਫਤਿਹ ਹਾਸਲ ਕੀਤੀ ਹੈ। ਅਜਿਬ ਸਮਝੇ ਜਾਂਦੇ ਸਾਮਰਾਜ ਦੀ ਸਰਾਸਰ ਹਾਰ ਹੋਈ ਹੈ। ਤੁਹਾਨੂੰ ਨਮੋਸ਼ੀ ਕਿਸ ਗੱਲ ਦੀ ਹੈ? ਤੁਸੀਂ ਫਰੰਗੀ ਸਰਕਾਰ ਦਾ ਸੂਰਜ ਡੂੰਘੇ ਪਾਣੀਆਂ 'ਚ ਡੋਬ ਕੇ ਮੁੜੇ ਹੋ। ਬਜ਼ੁਰਗੋ, ਤੁਸੀਂ ਫਰੰਗੀਆਂ ਦੀ ਇਨਸਾਫ ਪਸੰਦੀ ਦਾ ਪਰਦਾਫਾਸ਼ ਕੀਤਾ ਹੈ। 3 ਗੋਰੀਆਂ ਸਰਕਾਰਾਂ ਦੇ ਮੂੰਹ ਤੇ ਕਾਲਕ ਮਾਰ ਕੇ ਉਹਨਾਂ ਦੇ ਕਾਨੂੰਨ ਦੀਆਂ ਧੱਜੀਆਂ ਉਡਾ ਦਿੱਤੀਆਂ ਨੇ। ਸਾਰੀ ਦੁਨੀਆ ਤੁਹਾਡੀ ਸੁਰੰਗਤੀ ਤੇ ਆਸ਼ਾਸ਼ ਕਰ ਰਹੀ ਹੈ। ਮੈਂ ਕੱਲ ਇੱਕ ਬਹੁਤ ਵੱਡੇ ਜਾਪਾਨੀ ਲੀਡਰ ਦੇ ਮੂੰਹ ਤੁਹਾਡੀਆਂ ਸਿਫਤਾਂ ਵੀ ਸੁਣੀਆਂ ਨੇ। ਤੁਸੀਂ ਇੱਕ ਲਾਸਾਨੀ ਜਿੱਤ ਪ੍ਰਾਪਤ ਕਰਕੇ ਭਾਰਤ ਮਾਤਾ ਦੀ ਸ਼ਾਨ ਨੂੰ ਚਾਰ ਚੰਨ ਲਾਏ ਨੇ। ਸਾਥੀਓ, ਤੁਸੀਂ ਇਹ ਵੀ ਦੇਖ ਹੀ ਲਿਆ ਕਿ ਘਰੋਂ ਬਾਹਰ ਗੁਲਾਮਾਂ ਨਾਲ ਕਿਸ ਤਰ੍ਹਾਂ ਦਾ ਵਿਵਹਾਰ ਕੀਤਾ ਜਾਂਦਾ ਹੈ। ਕਿੰਨੇ ਧੱਕੇ ਮਿਹਣੇ ਤੇ ਲਾਂਘਾਂ ਸਹਿਣੀਆਂ ਪੈਂਦੀਆਂ ਨੇ। ਇਸ ਲਈ ਗੁਲਾਮੀ ਦਾ ਜੀਵਨ ਜੀਣ ਨਾਲੋਂ ਤਾਂ ਦੇਸ਼ ਦੀ ਖਾਤਰ ਮਰ ਮਿਟਣਾ, ਸ਼ਹੀਦ ਹੋਣਾ ਕਿਤੇ ਚੰਗਾ ਕਰਮ ਹੈ। ਪੰਜਾਬੀਓ, ਤੁਸੀਂ ਉਹਨਾਂ ਸੂਰਬੀਰਾਂ ਦੀ ਯਾਦ ਔਲਾਦ ਹੋ ਜਿਨ੍ਹਾਂ ਨੇ ਸਿਕੰਦਰ ਦਾ ਮੂੰਹ ਮੋੜਿਆ ਸੀ ਤੇ ਉਸ ਨੂੰ ਜ਼ਖਮੀ
ਜ਼ਖਮੀ ਕਰਕੇ ਪੰਜਾਬ ਤੋਂ ਬਾਹਰ ਕੱਢਿਆ ਸੀ। ਤੁਹਾਡੇ ਵਡੇਰਿਆਂ ਨੇ ਹੀ ਮੁਗਲ ਰਾਜ ਦੀਆਂ ਜੜ੍ਹਾਂ ਖੋਖਲੀਆਂ ਕਰ ਦਿੱਤੀਆਂ ਸਨ ਤੇ ਹੁਣ ਅਸੀਂ ਭਾਰਤ ਮਾਤਾ ਦੀ ਖਾਤਰ ਸਭ ਤੋਂ ਵੱਧ ਖੂਨ ਡੋਲਣਾ ਹੈ। ਯਾਦ ਰੱਖੋ, ਤਾਰਾ ਟੁੱਟ ਕੇ ਰੋਸ਼ਨੀ ਦਿੰਦਾ ਹੈ, ਪਰਵਾਨਾ ਸੜ ਕੇ ਸ਼ਹੀਦ ਹੁੰਦਾ ਹੈ। ਜਿਵੇਂ ਭਗਤ ਆਪਣਾ ਆਪ ਭਾਰਤੀ ਮੁਕਤ ਹੁੰਦਾ ਹੈ ਤੇ ਸੂਰਾ ਸੂਲੀ ਤੇ ਚੜ ਕੇ ਆਪਣਾ ਬੰਧਨ ਕਰਦਾ ਹੈ। ਸਾਡੇ ਚੰਗੇ ਭਾਗਾਂ ਨੂੰ ਫਰੰਗੀਆਂ ਦਾ ਯੁੱਧ ਜਰਮਨੀ ਨਾਲ ਸ਼ੁਰੂ ਹੋ ਚੁੱਕਾ ਹੈ। ਇਹ ਉਹ ਵੇਲਾ ਸਾਥੀਓ ਦੁਸ਼ਮਣ ਨੂੰ ਕਰਾਰੀ ਸੱਟ ਮਾਰਨ ਦਾ, ਆਜ਼ਾਦੀ ਦਾ ਬਿਗਲ ਵੱਜ ਗਿਆ ਹੈ। ਬਹਾਦਰੋ, ਹੁਣ ਤੁਸੀਂ ਆਪਣਾ ਘਰ ਘਰ ਭੁੱਲ ਜਾਓ ਤੇ ਦੇਸ਼ ਦੀ ਖਾਤਰ ਅੱਜ ਤੋਂ ਹੀ ਗਦਰ ਪਾਰਟੀ ਸ਼ਾਮਲ ਹੋ ਜਾਓ। ਸੂਰਮਿਓ, ਆਪਣਾ ਸਿਰ ਤਲੀ ਤੇ ਧਰ ਕੇ ਸੁਤੰਤਰਤਾ ਦੇ ਸੰਗਰਾਮ ਚ ਕਲ ਪਵੋ ਤੇ ਦੇਸ਼ ਦੀ ਖਾਤਰ ਸ਼ਹੀਦ ਹੋਣਾ ਕਬੂਲ ਕਰੋ। ਚਲੋ ਜਵਾਨੋ, ਕਿਰਤੀ ਕਿਸਾਨੋ, ਦੇਸ਼ ਆਜ਼ਾਦ ਕਰਾਉਣ ਲਈ ਮੱਚ ਉੱਠੀ ਹੈ ਸ਼ਮਾ ਆਜ਼ਾਦੀ, ਪ੍ਰਾਣ ਆਹੁਤੀ ਪਾਣ ਲਈ। ਵਤਨ ਦੀ ਆਬਰੂ ਖਤਰੇ 'ਚ ਹੈ, ਤੁਰੋ ਸ਼ਹੀਦੀ ਪਾਣ ਲਈ। ਚਲੋ ਜਵਾਨੋ, ਕਿਰਤੀ ਕਿਸਾਨੋ, ਦੇਸ਼ ਵਾਪਸ ਚਲਿਏ ਤੇ ਚੱਲ ਕੇ ਆਪਣਾ ਵਤਨ, ਆਪਣਾ ਮੁਲਕ ਆਜ਼ਾਦ ਕਰਾਈਏ। वंदे मातरम, वंदे मातरम, वंदे मातरम, वंदे मातरम। चलिए चलो चल चलिए, चलिए चलो चल चलिए, चलिए मुल्क सारे की जागने का बेड़ा आ गया। चलिए ये भी ना जमीन साडी होवी ना जमीन, ये भी ना जमीन साडी होवी ना जमीन। ਅਸੀਂ ਸਭ ਦੇ ਨਾਂ ਵਿਚਾਰੇ ਦੇ ਵਿਚਾਰੇ। ਚੱਲੀਏ ਚੱਲੀਏ ਚਲੋ ਚੱਲ ਚੱਲੀਏ, ਚੱਲੀਏ ਮੁਲਕ ਨੂੰ ਸਾਰੇ ਕੀ ਜਾਗਣੇ ਦਾ ਵੇੜਾ ਆ ਗਿਆ। ਚੱਲੀਏ ਕਿੱਦਾਂ ਢਾਈ ਟੋਟ ਰੂ ਸੰਭਾਲ ਬੈਠੇ ਸ਼ਹਿਰ, ਕਿੱਦਾਂ ਢਾਈ ਟੋਟ ਰੂ ਸੰਭਾਲ ਬੈਠੇ ਸ਼ਹਿਰ। ਅਸੀਂ ਹੋ पहुंच गया है, मुसाफिर बई बई घाट ते पहुंच रहे हैं। सुनो सुनो अज की ताजा खबर, आज की ताजा खबर। आओ भी साथियों, लांग जाओ भी थोड़ी गाली। आओ भी शुक्र है अपने मुल्क की धरती ने पैर पाया। आओ भी सारे साथ। आ जाओ भी, आ जाओ सारे। हेलो भाई, आप बीबियां में लाओ सारे। हेलो, ਤੁਹਾਨੂੰ ਕਲਕੱਤੇ ਸ਼ਹਿਰ ਵਿੱਚ ਜਾਣ ਦੀ ਬਣਾਈ ਹੈ। ਰੇਲ ਗੱਡੀ ਤਿਆਰ ਹੈ, ਤੁਹਾਨੂੰ ਸਿੱਧਾ ਪੰਜਾਬ ਭੇਜਿਆ ਜਾਏਗਾ। क्यों कोई जबरदस्ती है? ਇਹ ਸਰਕਾਰੀ ਹੁਕਮ ਹੈ। पर पहला ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਭੀੜ ਗੁਰਦੁਆਰੇ ਪਹੁੰਚਾਉਣੀ। ਹੱਦ ਹੋ ਗਈ ਹੈ, ਵਿਦੇਸ਼ਾਂ ਵਿੱਚ ਵੀ ਧੱਕੇ ਥੋੜੇ ਖਾ ਕੇ ਮੁੜੇ ਆ ਤੇ ਆਪਣੇ ਮੁਲਕ 'ਚ ਵੀ ਉਹੀ ਹਾਲ ਹੈ। ਓਏ ਬਕਵਾਸ ਬੰਦ ਕਰੋ, ਬੇਸ਼ ਨਾਲ ਗੱਲ ਕਰੋ। ਸਾਰੇ ਮੁਸਾਫਰ ਇਹ ਹੱਕ ਭੁੱਖੇ ਨੇ ਤੇ ਨਾ ਹੀ ਤੁਹਾਡੇ ਕੋਲ ਕੋਈ ਲਿਖਤੀ ਆਰਡਰ। ਓਏ ਮੇਰਾ ਕਹਿਣਾ ਹੈ ਲਿਖਤੀ ਆਰਡਰ ਹੈ। यही जोर जबरदस्ती के चुकाने वाले नहीं। साथियों, गैर आसा वेला हो गया है, सारे अपने धर्म अनुसार पाठ पूजा कर लो। प्रिय मसन, तेरा भी मासा हो। ਲੱਗਦਾ ਤੁਸੀਂ ਇੱਦਾਂ ਹੀ ਅਸੀਂ ਬਾਤੋਂ ਨਹੀਂ ਕਰਦੇ। कमांगा ਮੈਂ ਮੇਵਾ ਸਿੰਘ ਰੋਕੋਗੇ। ਮੈਂ ਵੈਂਟਕੋਟ ਰਹਿੰਦਿਆਂ ਭਾਰਤੀਆਂ ਤੇ ਹੁੰਦੇ ਜ਼ੁਲਮਾਂ ਦਾ ਚਸ਼ਮਦੀਦ ਗਵਾਹ। ਮੈਂ ਦੇਖਿਆ ਕਿਸ ਤਰ੍ਹਾਂ ਹੌਪਕਿੰਸਨ ਤੇ ਬੇਲਾ ਸਿੰਘ ਦੀ ਸ਼ਹਿਰ ਤੇ ਕੈਨੇਡੀਅਨ ਇਮੀਗ੍ਰੇਸ਼ਨ ਨੇ ਮੇਰੇ ਵਤਨੀਆਂ ਦਾ ਜਹਾਜ਼ ਵਾਪਸ ਮੋੜਿਆ ਸੀ ਤੇ ਹੌਪਕਿੰਸਨ ਦੀ ਸ਼ਹਿਰ ਤੇ ਬੇਲਾ ਸਿੰਘ ਨੇ ਗੁਰਦੁਆਰੇ ਵਿੱਚ ਗੋਲੀ ਚਲਾਈ। ਤੇ ਅੱਜ ਬੇਲਾ ਸਿੰਘ ਦੇ ਹੱਕ ਵਿੱਚ ਗਵਾਹੀ ਦੇਣ ਲਈ ਹੌਪਕਿੰਸਨ 9 ਵਜੇ ਕਚਹਿਰੀ ਆ ਰਿਹਾ ਹੈ। बेला सिंह देख सूरज साहब। वंदे मातरम। मैं इस तमोही ਨੂੰ ਮਾਰ ਦਿੱਤਾ ਹੈ ਤਾਂ ਕਿ ਇਹ ਹੋਰ ਸਪੋਲੀਏ ਪੈਦਾ ਨਾ ਕਰ ਸਕੇ ਤੇ ਮੈਨੂੰ ਇਸ ਦਾ ਕੋਈ ਗਮ ਨਹੀਂ। ਤੁਸੀਂ ਚਾਹੇ ਮੈਨੂੰ ਫਾਂਸੀ ਤੇ ਲਟਕਾ ਦਿਓ। ਵੰਦੇ
ਕੀ ਨਾਂ ਹੈ ਤੇਰਾ? मेवा सिंह लोपोके। ਤੂੰ ਹੌਪਕਿੰਸਨ ਦਾ ਕਤਲ ਕਿਉਂ ਕੀਤਾ? मैं हॉपकिंसन का कतल पूरी होशो हवास के विच कीता है। तेरे वास्ते ना मैं किसी की सलाह रही है ते ना ही किसी को भेज दिता है। मैनू इसका कोई गम नहीं। मैं तुहानू पुछदा कि असी लोग गुरुद्वारे दे विच रब की बंदगी करने वास्ते जाते हैं ते तुहाडी पुलिस हथियारां नाल लैस होकर उत्थे पहुंची तो लोकां दे गोलियां चलाउंदी। बेला सिंह ने भी इदां कीता, गुरुद्वारे विच गोली चला दी ते भाई भाग सिंह ते भाई रतन सिंह नूं शहीद कर दिता। भाई भाग सिंह की पत्नी पहला मर चुकी है, ਉਹਦੇ ਦੋ ਨਿੱਕੇ ਨਿੱਕੇ ਬੱਚੇ ਉਹ ਅਨਾਥ ਹੋ ਗਏ। ਮੈਂ ਤੁਹਾਨੂੰ ਪੁੱਛਦਾ ਇਹ ਕਿੱਥੋਂ ਦਾ ਇਨਸਾਫ ਹੈ? ਤੂੰ ਹੋਰ ਕੁਝ ਕਹਿਣਾ ਚਾਹੁੰਦਾ? ਮੈਂ ਕਹਿਣਾ ਚਾਹੁੰਦਾ ਕਿ ਤੁਹਾਡੀਆਂ ਕਚਹਿਰੀਆਂ ਦੇ ਵਿੱਚ ਨਸਲੀ ਵਿਤਕਰੇ ਦਾ ਰਾਜ ਹੈ। ਇੱਕ ਵਾਰ ਜਦੋਂ ਮੈਂ ਹਥਿਆਰ ਰੱਖਣ ਦੇ ਦੋਸ਼ ਵਿੱਚ ਫੜਿਆ ਗਿਆ ਤਾਂ ਹੌਪਕਿੰਸਨ ਨੇ ਮੈਨੂੰ $40 ਰਿਸ਼ਵਤ ਦੇਣ ਲਈ ਕਿਹਾ। ਤੁਸੀਂ ਦੱਸੋ ਕਿਹੜਾ ਧਰਮ ਦੇ ਵਿੱਚ ਰਿਸ਼ਵਤ ਲੈਣ ਦੇਣ ਬਾਰੇ ਲਿਖਿਆ? ਤੇ ਤੁਹਾਡੇ ਹੌਪਕਿੰਸਨ ਨੇ ਸੈਂਕੜੇ ਕੁੱਤੇ ਰਿਸ਼ਵਤ ਲੈਣ ਲਈ ਰੱਖੇ ਸਨ। ਦੋਨਾਂ ਵਿੱਚੋਂ ਸਭ ਤੋਂ ਵੱਡਾ ਕੁੱਤਾ ਬੇਲਾ ਸਿੰਘ ਹੈ। ਮੇਰੀ ਹੌਪਕਿੰਸਨ ਨਾਲ ਕੋਈ ਜਾਤੀ ਦੁਸ਼ਮਣੀ ਨਹੀਂ ਸੀ। ਉਸਨੇ ਮੇਰੇ ਵਤਨੀਆਂ ਦਾ ਜਹਾਜ਼ ਵਾਪਸ ਮੋੜਿਆ ਸੀ। ਮੇਰੇ ਦੇਸ਼ ਦੇ ਲੋਕਾਂ ਨੂੰ ਭੁੱਖੇ ਤੇ ਆਏ ਜਹਾਜ਼ ਦੇ ਵਿੱਚ ਕੈਦ ਕੀਤਾ ਸੀ। ਉਹਨਾਂ ਨੇ ਜ਼ੁਲਮ ਕੀਤਾ ਸੀ ਤੇ ਮੈਂ ਇਸ ਜ਼ੁਲਮ ਦੀ ਕੰਧ ਨੂੰ ਹਮੇਸ਼ਾ ਲਈ ਡੇਗ ਦਿੱਤਾ ਹੈ। ਤੁਸੀਂ ਚਾਹੇ ਮੈਨੂੰ ਫਾਂਸੀ ਤੇ ਵੀ ਲਟਕਾ ਦਿਓ। ਬੰਦੇ ਮਾਤਰਮ। ਤੇਰੇ ਕੋਲ ਵਕਤ ਬਹੁਤ ਘੱਟ ਹੈ, ਤੂੰ ਕੁਝ ਹੋਰ ਕਹਿਣਾ ਚਾਹੁੰਦਾ? ਮੇਰੀ ਇੱਕ ਆਖਰੀ ਇੱਛਾ ਹੈ ਕਿ ਮੌਤ ਨੂੰ ਗੱਲ ਵਖੜੀ ਪਾਉਣ ਤੋਂ ਪਹਿਲਾਂ ਮੈਂ ਭਾਈ ਭਾਗ ਸਿੰਘ ਦੀ ਛੋਟੀ ਜਿਹੀ ਬੱਚੀ ਨੂੰ ਮਿਲਣਾ ਚਾਹੁੰਦਾ, ਉਸ ਨੂੰ ਗਲੇ ਲਗਾਉਣਾ ਚਾਹੁੰਦਾ, ਉਸ ਨੂੰ ਪਿਆਰ ਦੇਣਾ ਚਾਹੁੰਦਾ। ਨੋ, ਇਹ ਨਹੀਂ ਹੋ ਸਕਦਾ। ਹੌਪਕਿੰਸਨ ਦੇ ਕਤਲ ਦੇ ਜ਼ੁਰਮ ਵਿੱਚ ਤੈਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ ਹੈ। ਯੂ ਬੀ ਹੈਂਡ ਟਿਲ ਡੈਥ। ਵੰਦੇ ਮਾਤਰਮ। कमागाटा मारू कमागाटा मारू कमागाटा मारू कमागाटा मारू कमागाटा मारू कमागाटा मारू कमागाटा मारू। ਛੱਡ ਕੇ ਆਪਣੀ ਮਾਂ ਤੇ ਮਿੱਟੀ ਕਿਉਂ ਪਰਦੇਸੀ ਜਾਈਏ? ਦੁੱਖ ਸੁੱਖ ਹੁੰਦੇ ਨਾਲ ਘਰਾਂ ਦੇ, ਦੁੱਖ ਸੁੱਖ ਅਸੀਂ ਵੰਡਾਈਏ। ਘਰ ਦੀ ਰੋਟੀ ਥੋੜੀ ਚੰਗੀ ਨਾਲ ਸਬਰ ਦੇ ਖਾਈਏ। ਗਦਰੀ ਬਾਬਿਆਂ ਦਾ ਰਾਹ ਚੰਗਾ ਉਹੀ ਰਾਹ ਬਣਾਈਏ। ਦਿਲ ਵਿੱਚ ਲੈ ਕੇ ਅੱਗ ਆਜ਼ਾਦੀ ਦੀ ਸਮੁੰਦਰਾਂ 'ਚ ਤਾਰੀਆਂ ਲਾਈਏ। वंदे मातरम। ਅੱਗ ਲਾਉਂਦੀ ਰਹੀ ਸਮੁੰਦਰਾਂ 'ਚ ਤਾਰੀਆਂ, ਅੱਗ ਅੰਬਰਾਂ ਤੇ ਲਾਉਂਦੀ ਰਹੀ ਉਡਾਰੀਆਂ। ਅੱਗ ਲਾਉਂਦੀ ਰਹੀ ਸਮੁੰਦਰਾਂ 'ਚ ਤਾਰੀਆਂ, ਅੱਗ ਅੰਬਰਾਂ ਤੇ ਲਾਉਂਦੀ ਰਹੀ ਉਡਾਰੀਆਂ। ਅੱਗ ਲਾਉਂਦੀ ਰਹੀ ਸਮੁੰਦਰਾਂ 'ਚ ਤਾਰੀਆਂ, ਅੱਗ ਅੰਬਰਾਂ ਤੇ ਲਾਉਂਦੀ ਰਹੀ ਉਡਾਰੀਆਂ। ਅੱਗ ਬਰਫ਼ਾਂ ਨੂੰ ਲਾਈ ਗੂੰਜ ਗਜਰਾਂ 'ਚ ਪਾਈ, ਬਰਫ਼ਾਂ ਨੂੰ ਲਾਈ ਗੂੰਜ ਗਜਰਾਂ 'ਚ ਪਾਈ। ਇਹਨਾਂ ਮੰਜ਼ਿਲਾਂ ਤੇ ਮੰਜ਼ਿਲਾਂ ਸੀ ਵਾਰੀਆਂ। ਅੱਗ ਲਾਉਂਦੀ ਰਹੀ ਸਮੁੰਦਰਾਂ 'ਚ ਤਾਰੀਆਂ, ਅੱਗ ਅੰਬਰਾਂ ਤੇ ਲਾਉਂਦੀ ਰਹੀ ਉਡਾਰੀਆਂ। ਅੱਗ ਲਾਉਂਦੀ ਰਹੀ ਸਮੁੰਦਰਾਂ 'ਚ ਤਾਰੀਆਂ। ਰੰਗ ਪਾਣੀਆਂ ਦਾ ਤਾਈਓ ਸੁਹਾ ਸੁਹਾ ਹੋ ਗਿਆ। ਰੰਗ ਪਾਣੀਆਂ ਦਾ ਤਾਈਓ ਸੁਹਾ ਸੁਹਾ ਹੋ ਗਿਆ। ਰੰਗ ਪਾਉਣਾ 'ਚ ਆਜ਼ਾਦੀ ਵਾਲਾ ਸੁਹਾ ਚੋ